सत श्री अकाल जी सारिਆਂ ਨੂੰ ਵੈਲਕਮ ਟੂ ਸੰਦੀਪ ਖੋਖਰ ਲਰਨਿੰਗਸ। ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਸੋ ਅੱਜ ਆਪਾਂ ਬੈਂਕਿੰਗ ਸੈਕਟਰ ਨਿਊ ਲੈਕਚਰ ਸਟਾਰਟ ਕਰਨ ਜਾ ਰਹੇ ਹਾਂ ਜੀ। ਇਸ ਲੈਕਚਰ ਦੇ ਵਿੱਚ ਆਪਾਂ ਆਰਬੀਆਈ ਮੋਨੇਟਰੀ ਪਾਲਿਸੀ ਮੈਜਰਸ ਬਾਰੇ ਡਿਸਕਸ ਕਰਾਂਗੇ। ਜੋ ਪ੍ਰੀਵੀਅਸ ਵੀਡੀਓ ਸੀਗੀਆਂ ਉਹਨਾਂ ਦੇ ਵਿੱਚ ਆਪਾਂ ਆਰਬੀਆਈ ਬਾਰੇ ਡਿਸਕਸ ਕੀਤਾ ਸੀ ਐਂਡ ਆਰਬੀਆਈ ਮੋਨੇਟਰੀ ਪਾਲਿਸੀ ਦੇ ਜੋ ਕੰਪੋਨੈਂਟਸ ਨੇ ਉਹਨਾਂ ਬਾਰੇ ਡਿਸਕਸ ਕੀਤਾ ਸੀ। ਸੋ ਇਸ ਵੀਡੀਓ ਦੇ ਵਿੱਚ ਆਪਾਂ ਆਰਬੀਆਈ ਮੋਨੇਟਰੀ ਪਾਲਿਸੀ ਨੂੰ ਕਿਵੇਂ ਚਲਾਉਂਦੀ ਹੈ ਉਸ ਬਾਰੇ ਡਿਸਕਸ ਕਰਾਂਗੇ। ਦੇਖੋ ਆਰਬੀਆਈ ਮੋਨੇਟਰੀ ਪਾਲਿਸੀ ਦੇ ਦੋ ਮੈਜਰਸ ਹੁੰਦੇ ਨੇ। ਫਸਟ ਨੂੰ ਆਪਾਂ ਕੁਆਂਟੀਟੇਟਿਵ ਮੈਜਰ ਕਹਿ ਦਿੰਦੇ ਆ ਐਂਡ ਸੈਕਿੰਡ ਕੰਪੋਨੈਂਟ ਨੂੰ ਆਪਾਂ ਕੀ ਕਹਿ ਦਿੰਦੇ ਆ, ਕੁਆਲੀਟੇਟਿਵ ਕੰਪੋਨੈਂਟਸ ਕਹਿ ਦਿੰਦੇ ਆ। ਜਦੋਂ ਆਪਾਂ ਕੁਆਂਟੀਟੇਟਿਵ ਕੰਪੋਨੈਂਟਸ ਦੀ ਗੱਲ ਕਰਦੇ ਆ ਤਾਂ ਉਹਦੇ ਵਿੱਚ ਦੇਖੋ CRR ਆ ਜਾਂਦਾ, SLR ਆ ਜਾਂਦਾ, ਬੈਂਕ ਰੇਟ ਆ ਜਾਂਦਾ, ਰੈਪੋ ਆ ਜਾਂਦਾ, ਰਿਵਰਸ ਰੈਪੋ ਰੇਟ ਆ ਜਾਂਦਾ ਐਂਡ ਓਪਨ ਮਾਰਕੀਟ ਆਪਰੇਸ਼ਨਸ ਆ ਜਾਂਦਾ। ਸੋ ਫਸਟ ਆਫ ਆਲ ਆਪਾਂ ਗੱਲ ਕਰਦੇ ਹਾਂ ਜੀ CRR ਬਾਰੇ। CRR ਦੀ ਫੁੱਲ ਫਾਰਮ ਹੁੰਦੀ ਹੈ ਕੈਸ਼ ਰਿਜ਼ਰਵ ਰੇਸ਼ੋ। ਸਮਟਾਈਮਸ ਤੁਹਾਨੂੰ ਪੇਪਰ ਦੇ ਵਿੱਚ ਇਹਦੀ ਫੁੱਲ ਫਾਰਮ ਬਾਰੇ ਕੁਐਸਚਨ ਪੁੱਛਿਆ ਜਾ ਸਕਦਾ, ਸੋ ਤੁਸੀਂ ਇਸ ਦੀ ਫੁੱਲ ਫਾਰਮ ਨੂੰ ਵੀ ਧਿਆਨ ਦੇ ਵਿੱਚ ਕਰ ਲੈਣਾ। ਦੇਖੋ CRR is an average daily balance which a bank required to maintain with RBI as share of percentage of net demand and time liabilities notified by RBI। ਦੇਖੋ ਸਿੰਪਲ ਵਰਡਸ ਦੇ ਵਿੱਚ ਆਪਾਂ ਇਹ ਕਹਿ ਸਕਦੇ ਹਾਂ ਕਿ ਕੈਸ਼ ਰਿਜ਼ਰਵ ਰੇਸ਼ੀਓ ਇੱਕ ਉਹ ਅਮਾਊਂਟ ਹੁੰਦਾ ਜੋ ਕਿਸੇ ਬੈਂਕ ਨੂੰ RBI ਦੇ ਕੋਲੇ ਰੱਖਣਾ ਹੀ ਰੱਖਣਾ ਪੈਂਦਾ ਐਂਡ ਉਹ ਅਮਾਊਂਟ ਕਿੰਨਾ ਰੱਖਣਾ ਉਹ RBI ਡਿਸਾਈਡ ਕਰਦੀ ਹੈ। ਦੇਖੋ ਇਹਦੇ ਵਿੱਚ ਨੈਟ ਡਿਮਾਂਡ ਐਂਡ ਟਾਈਮ ਲਾਇਬਿਲਿਟੀਜ਼ ਇਸ ਬਾਰੇ ਜਾਣਨਾ ਬਹੁਤ ਇੰਪੋਰਟੈਂਟ ਆ। ਡਿਮਾਂਡ ਲਾਇਬਿਲਿਟੀਜ਼ ਦੇਖੋ ਕੀ ਹੁੰਦੀਆਂ ਇਹਦੇ ਬਾਰੇ ਆਪਾਂ ਡਿਸਕਸ ਕਰ ਚੁੱਕੇ ਹਾਂ। ਟਾਈਮ ਲਾਇਬਿਲਿਟੀਜ਼ ਕੀ ਹੁੰਦੀਆਂ ਇਸ ਬਾਰੇ ਵੀ ਆਪਾਂ ਡਿਸਕਸ ਕਰ ਚੁੱਕੇ ਹਾਂ। ਇੱਥੇ ਨੈਟ ਵਰਡ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਦੇਖੋ ਨੈਟ ਸ਼ਬਦ ਦਾ ਇੱਥੇ ਮਤਲਬ ਕੀ ਆ, ਕੁਝ ਪੈਸਾ ਇਸ ਤਰ੍ਹਾਂ ਦਾ ਹੁੰਦਾ ਜੋ ਬੈਂਕ ਨੇ ਲੋਕਾਂ ਨਾਲ ਦੇਣਾ ਹੁੰਦਾ ਐਂਡ ਕੁਝ ਪੈਸਾ ਇਸ ਤਰ੍ਹਾਂ ਦਾ ਹੁੰਦਾ ਜੋ ਲੋਕਾਂ ਨੇ ਬੈਂਕ ਦਾ ਦੇਣਾ ਹੁੰਦਾ। ਸੋ ਜੋ ਵੀ ਇਹਨਾਂ ਦਾ ਡਿਫਰੈਂਸ ਹੋਊਗਾ ਦੈਟ ਇਜ਼ ਕਾਲਡ ਨੈਟ। ਦੇਖੋ ਜੇਕਰ RBI CRR ਦੀ ਪਰਸੈਂਟੇਜ ਨੂੰ ਵਧਾ ਦਿੰਦੀ ਹੈ ਸੋ ਇਹਦਾ ਮੀਨਿੰਗ ਕੀ ਹੋਊਗਾ, ਜੇਕਰ ਬੈਂਕ ਕੋਲ 100 ਰੁਪਇਆ ਸੀ ਐਂਡ CRR ਆਪਾਂ ਸਪੋਜ਼ ਕਰ ਲਈ ਕਿ 10% ਆ, ਮਤਲਬ ਕਿ 100 'ਚ 10 ਰੁਪਏ ਜਿਹੜੇ ਹੋਣਗੇ ਉਹ ਬੈਂਕ ਨੂੰ RBI ਦੇ ਕੋਲ ਰੱਖਣੇ ਪੈਣਗੇ। ਸੋ ਬੈਂਕ ਕੋਲ ਕਿੰਨੇ ਰੁਪਏ ਬਚ ਜਾਂਦੇ ਆ, 90 ਰੁਪਏ। ਜੇਕਰ ਇਹੀ ਰੇਟ ਵੱਧ ਕੇ 15% ਹੋ ਜਾਂਦਾ ਤਾਂ ਬੈਂਕਾਂ ਕੋਲ ਪੈਸੇ ਕਿੰਨੇ ਰਹਿ ਜਾਣਗੇ, 85 ਰੁਪਏ। ਇਟ ਮੀਨਸ ਕਿ ਜੇ CRR ਵੱਧਦਾ ਤਾਂ ਜਿਹੜੀ ਬੈਂਕਾਂ ਦੀ ਲੋਨ ਦੇਣ ਦੀ ਕੈਪੈਸਿਟੀ ਆ ਉਹ ਘਟੂਗੀ, ਜੇਕਰ CRR ਘਟ ਜਾਂਦਾ ਤਾਂ ਬੈਂਕਾਂ ਦੀ ਲੋਨ ਦੇਣ ਦੀ ਕੈਪੈਸਿਟੀ ਕੀ ਹੋਊਗੀ, ਵੱਧ ਜਾਂਦੀ ਹੈ। ਨੈਕਸਟ ਹੈਗਾ ਜੀ SLR ਵਿਚ ਇਜ਼ ਸਟੈਟਿਊਟਰੀ ਲਿਕੁਇਡਿਟੀ ਰੇਸ਼ੋ। ਇਹ ਦੇਖੋ ਉਹ ਸ਼ੇਅਰ ਹੁੰਦਾ NDTL ਦਾ, ਨੈਟ ਡਿਮਾਂਡ ਐਂਡ ਟਾਈਮ ਲਾਇਬਿਲਿਟੀਜ਼ ਦਾ, which a bank is required to maintain in safe and liquid assets in government securities, cash, gold। ਦੇਖੋ SLR ਇੱਕ ਉਹ ਅਮਾਊਂਟ ਹੁੰਦਾ ਜੋ ਬੈਂਕਾਂ ਨੇ ਆਪਦੇ ਕੋਲ ਰੱਖਣਾ ਹੁੰਦਾ, ਲੇਕਿਨ ਜਿਹੜਾ ਇਹਦਾ ਪਰਸੈਂਟ ਹੁੰਦਾ ਉਹ ਡਿਸਾਈਡ ਕਰਦੀ ਆ RBI। ਦੇਖੋ ਇਹਦੇ ਵਿੱਚ ਸੇਫ ਐਂਡ ਲਿਕੁਇਡ ਐਸੈਟਸ ਨੂੰ ਜਾਣਨਾ ਬਹੁਤ ਜ਼ਰੂਰੀ ਹੈ। ਸੇਫ ਐਸੈਟਸ ਉਹ ਹੁੰਦੀਆਂ ਜਿਹਨਾਂ ਡੁੱਬਣ ਦਾ ਖਤਰਾ ਨਹੀਂ ਹੁੰਦਾ ਐਂਡ ਲਿਕੁਇਡ ਐਸੈਟਸ ਉਹ ਹੁੰਦੀਆਂ ਜਿਨ੍ਹਾਂ ਨੂੰ ਕਿ ਆਪਾਂ ਬਹੁਤ ਛੇਤੀ ਹੀ ਪੈਸਿਆਂ ਦੇ ਵਿੱਚ ਕਨਵਰਟ ਕਰ ਸਕਦੇ ਹਾਂ। ਜੇਕਰ ਦੇਖੋ SLR ਦੀ ਪਰਸੈਂਟ ਵੱਧ ਜੂਗੀ ਤਾਂ ਬੈਂਕਾਂ ਦੀ ਜਿਹੜੀ ਲੋਨ ਕ੍ਰੀਏਸ਼ਨ ਆ ਉਹ ਘਟ ਜੂਗੀ, ਜੇਕਰ SLR ਘਟ ਜਾਂਦੀ ਹੈ ਤਾਂ ਬੈਂਕਾਂ ਦੀ ਜਿਹੜੀ ਲੋਨ ਕ੍ਰੀਏਸ਼ਨ ਦੀ ਕੈਪੈਸਿਟੀ ਉਹ ਕੀ ਹੋ ਜੂਗੀ, ਵੱਧ ਜੂਗੀ। ਨੈਕਸਟ ਹੈਗਾ ਜੀ OMO ਓਪਨ ਮਾਰਕੀਟ ਆਪਰੇਸ਼ਨਸ। ਇਹਦੇ ਵਿੱਚ ਕੀ ਹੁੰਦਾ, ਦੇਖੋ RBI ਗਵਰਨਮੈਂਟ ਸਿਕਿਉਰਿਟੀਜ਼ ਦੀ ਕੀ ਕਰਦੀ ਹੈ, ਖਰੀਦੋ ਫਰੋਖਤ ਕਰਦੀ ਹੈ। ਦੇਖੋ ਜੇਕਰ ਇਨਫਲੇਸ਼ਨ ਜੇਕਰ ਦੇਖੋ ਜ਼ਿਆਦਾ ਹੋ ਰਹੀ ਹੈ ਇਟ ਮੀਨਸ ਕੀ ਹੋਊਗਾ, ਲੋਕਾਂ ਕੋਲੇ ਪੈਸਾ ਬਹੁਤ ਜ਼ਿਆਦਾ ਅਮਾਊਂਟ ਦੇ ਵਿੱਚ ਆ ਰਿਹਾ, ਲੋਕਾਂ ਕੋਲੇ ਬਹੁਤ ਜ਼ਿਆਦਾ ਅਮਾਊਂਟ ਦੇ ਵਿੱਚ ਪੈਸਾ। ਸੋ RBI ਕੀ ਕਰੂਗੀ, ਉਸ ਪੈਸੇ ਨੂੰ ਲੋਕਾਂ ਕੋਲੋਂ ਖਿੱਚੂਗੀ। ਤਾਂ ਲੋਕਾਂ ਕੋਲੇ ਦੇਖੋ ਕਿਵੇਂ ਖਿੱਚੂਗੀ, RBI ਗਵਰਨਮੈਂਟ ਸਿਕਿਉਰਿਟੀਜ਼ ਨੂੰ ਮਾਰਕੀਟ ਦੇ ਵਿੱਚ ਫਲੋਟ ਕਰੂਗੀ। ਮਾਰਕੀਟ ਦੇ ਵਿੱਚ ਜਦੋਂ ਗਵਰਨਮੈਂਟ ਸਿਕਿਉਰਿਟੀਜ਼ ਫਲੋਟ ਕਰਨਗੇ ਤਾਂ ਲੋਕ ਉਸ ਸਿਕਿਉਰਿਟੀਜ਼ ਨੂੰ ਖਰੀਦਣਗੇ ਤਾਂ ਉਹ ਪੈਸਾ ਅਲਟੀਮੇਟਲੀ ਕਿਹਦੇ ਕੋਲ ਆ ਜਾਊਗਾ, ਲੋਕਾਂ ਦੀਆਂ ਜੇਬਾਂ 'ਚੋਂ RBI ਦੇ ਕੋਲ ਆ ਜਾਊਗਾ। ਤਾਂ ਲੋਕਾਂ ਕੋਲੇ ਪੈਸਾ ਘਟ ਜਾਊਗਾ ਤਾਂ ਇਨਫਲੇਸ਼ਨ ਦੀ ਜਿਹੜੀ ਦਰ ਆ ਉਹ ਵੀ ਹੌਲੀ ਹੌਲੀ ਕਰਕੇ ਘਟ ਜਾਣੀ ਹੈ। ਜੇਕਰ ਮੰਦੀ ਚੱਲ ਰਹੀ ਹੈ ਤਾਂ RBI ਚਾਹੂਗੀ ਕਿ ਲੋਕਾਂ ਦੇ ਕੋਲੇ ਵੱਧ ਤੋਂ ਵੱਧ ਪੈਸਾ ਹੋਵੇ, ਤਾਂ RBI ਕੀ ਕਰੂਗੀ, ਲੋਕਾਂ ਤੋਂ ਉਹ ਜਿਹੜੀ ਸਿਕਿਉਰਿਟੀਜ਼ ਇਹਨੇ ਵੇਚੀਆਂ ਸੀ ਉਹ ਖਰੀਦਣੀ ਸ਼ੁਰੂ ਕਰ ਦੂਗੀ। ਜਦੋਂ RBI ਲੋਕਾਂ ਤੋਂ ਸਿਕਿਉਰਿਟੀਜ਼ ਖਰੀਦੂਗੀ ਤਾਂ ਉਹਨਾਂ ਨੂੰ ਪੈਸੇ ਦਊਗੀ, ਲੋਕਾਂ ਦੀ ਜੇਬਾਂ 'ਚ ਪੈਸਾ ਆਊਗਾ ਤਾਂ ਲੋਕ ਜ਼ਿਆਦਾ ਤੋਂ ਜ਼ਿਆਦਾ ਚੀਜ਼ਾਂ ਦੀ ਡਿਮਾਂਡ ਕਰਨਗੇ। ਨੈਕਸਟ ਆ ਜਾਂਦੀ ਬੈਂਕ ਰੇਟ। ਬੈਂਕ ਰੇਟ ਕੀ ਹੁੰਦਾ, RBI ਬਾਈਜ਼
ਰੀਡਿਸਕਾਊਂਟ ਬਿਲਸ ਆਫ ਐਕਸਚੇਂਜ ਔਰ ਅਦਰ ਕਮਰਸ਼ੀਅਲ ਪੇਪਰਸ। ਇਹਨੂੰ ਆਪਾਂ ਸਿੰਪਲ ਸ਼ਬਦਾਂ ਦੇ ਵਿੱਚ ਇਹ ਕਹਿ ਸਕਦੇ ਹਾਂ ਕਿ ਬੈਂਕ ਰੇਟ ਇੱਕ ਉਹ ਰੇਟ ਹੁੰਦਾ ਜਿਹਦੇ ਤੇ RBI ਕਮਰਸ਼ੀਅਲ ਬੈਂਕਸ ਨੂੰ ਜਾਂ ਅਦਰ ਬੈਂਕਸ ਨੂੰ ਲੌਂਗ ਟਰਮ ਦੇ ਲਈ ਲੋਨ ਪ੍ਰੋਵਾਈਡ ਕਰਦੀ ਹੈ। ਇਹ ਦੇਖੋ ਜਿਹੜੀ ਦਰ ਹੁੰਦੀ ਆ ਇਹ ਅਲਾਈਨਡ ਹੁੰਦੀ ਆ ਮਾਰਜਨਲ ਸਟੈਂਡਿੰਗ ਫੈਸਿਲਿਟੀ ਨਾਲ, ਜਿਹਨੂੰ ਕਿ ਆਪਾਂ ਅੱਗੇ ਡਿਸਕਸ ਕਰਾਂਗੇ। ਜਦੋਂ ਵੀ MSF ਚੇਂਜ ਹੋਊਗਾ ਤਾਂ ਜਿਹੜਾ ਬੈਂਕ ਰੇਟ ਹੋਊਗਾ ਇਹ ਆਟੋਮੈਟਿਕਲੀ ਚੇਂਜ ਹੋ ਜਾਂਦਾ। ਜੇਕਰ ਆਪਾਂ ਗੱਲ ਕਰੀਏ ਕਿ ਇਹ ਕਿਹੜੀਆਂ ਪ੍ਰੋਵੀਜ਼ਨਸ ਦੇ ਅੰਡਰ ਡਿਕਲੇਅਰ ਕੀਤਾ ਜਾਂਦਾ ਤਾਂ ਸੈਕਸ਼ਨ 49 ਆਫ RBI ਐਕਟ 1934 ਦੇ ਅੰਡਰ ਇਸ ਰੇਟ ਨੂੰ ਪਬਲਿਸ਼ ਕੀਤਾ ਜਾਂਦਾ। ਨੈਕਸਟ ਇੰਪੋਰਟੈਂਟ ਹੈਗਾ ਜੀ ਲਿਕੁਇਡਿਟੀ ਐਡਜਸਟਮੈਂਟ ਫੈਸਿਲਿਟੀ। ਦੇਖੋ ਇਹਦੇ ਨਾਮ ਤੇ ਪਤਾ ਹੀ ਲੱਗੀ ਜਾਂਦਾ ਲਿਕੁਇਡਿਟੀ ਐਡਜਸਟਮੈਂਟ। ਇਟ ਮੀਨਸ ਕਿ ਪੈਸੇ ਨੂੰ ਮਾਰਕੀਟ ਦੇ ਵਿੱਚ ਘਟਾਉਣਾ ਤੇ ਵਧਾਉਣਾ। ਇਹ ਦੋ ਟਾਈਪ ਦੀ ਹੁੰਦੀ ਹੈ, ਓਵਰਨਾਈਟ ਹੁੰਦੀ ਹੈ, ਓਵਰਨਾਈਟ ਮੀਨਸ ਕਿ ਸਿਰਫ ਇੱਕ ਦਿਨ ਰਾਤ ਦੇ ਲਈ, ਐਂਡ ਟਰਮ ਰੇਪੋ। ਟਰਮ ਰੇਪੋ ਦਾ ਮੀਨਿੰਗ ਕੀ ਹੋਊਗਾ ਗ੍ਰੇਟਰ ਦੈਨ 1 ਡੇ। ਸੋ ਇਹਦੇ ਅੰਡਰ ਆਪਾਂ ਡਿਸਕਸ ਕਰਦੇ ਹਾਂ ਜੀ ਰੈਪੋ ਰੇਟ ਦੀ। ਲਿਕੁਇਡਿਟੀ ਐਡਜਸਟਮੈਂਟ ਫੈਸਿਲਿਟੀ ਦੇ ਅੰਡਰ ਰੈਪੋ ਰੇਟ ਐਂਡ ਰਿਵਰਸ ਰੈਪੋ ਰੇਟ ਆਪਾਂ ਡਿਸਕਸ ਕਰਾਂਗੇ। ਦੇਖੋ ਰੈਪੋ ਰੇਟ ਉਹ ਰੇਟ ਹੁੰਦਾ ਜਿਹਦੇ ਅੰਡਰ ਕਿ RBI which is Central Bank of India provides overnight liquidity, it means ਕਿ for 1 day to banks ਕਿਹੜੀਆਂ ਹੋ ਗਈਆਂ ਦੇਖੋ ਕਮਰਸ਼ੀਅਲ ਬੈਂਕਸ ਹੋ ਜਾਂਦੀਆਂ ਜਾਂ ਅਦਰ ਟਾਈਪ ਦੀਆਂ ਬੈਂਕਸ against collateral of government and other approved securities under LAF। it means ਕੀ ਆ ਕਿ ਜੇਕਰ ਬੈਂਕ ਨੂੰ ਕਿਸੇ ਨੂੰ ਵੀ ਇੱਕ ਦਿਨ ਇੱਕ ਰਾਤ ਦੇ ਲਈ ਪੈਸੇ ਦੀ ਜ਼ਰੂਰਤ ਆ ਤਾਂ ਉਹ ਕੀ ਕਰੂਗਾ, ਉਹ ਬੈਂਕ RBI ਦੇ ਕੋਲ ਜਾਊਗਾ, RBI ਦੇ ਕੋਲ ਆਪਦੀਆਂ ਸਿਕਿਉਰਿਟੀਜ਼ ਨੂੰ ਗਹਿਣੇ ਰੱਖੂਗਾ ਐਂਡ RBI ਇਹਨੂੰ ਪੈਸਾ ਦੇ ਦੂਗੀ। ਐਂਡ ਨੈਕਸਟ ਡੇ ਕੀ ਕਰੂਗਾ ਇਹ ਬੈਂਕ RBI ਨੂੰ ਉਹ ਪੈਸਾ ਜਿਹੜਾ ਹੋਊਗਾ ਉਹ ਸਣੇ ਵਿਆਜ ਵਾਪਸ ਕਰ ਦੂਗਾ। ਜਿੰਨੇ % ਰੈਪੋ ਰੇਟ ਹੁੰਦਾ ਉਹਨਾਂ % ਲਾ ਕੇ ਜਿਹੜਾ ਪੈਸਾ ਹੋਊਗਾ ਉਹ RBI ਨੂੰ ਵਾਪਸ ਕਰ ਦੂਗਾ ਜਸਟ ਫॉर 1 ਡੇ। ਜਦੋਂ ਆਪਾਂ ਰਿਵਰਸ ਰੈਪੋ ਦੀ ਦੇਖੋ ਗੱਲ ਕਰਦੇ ਹਾਂ, ਰੈਪੋ ਦੇ ਵਿੱਚ ਕੀ ਸੀਗਾ RBI ਬੈਂਕਾਂ ਨੂੰ ਲੋਨ ਦਿੰਦਾ, ਠੀਕ ਹੈ, ਜਾਂ ਆਪਾਂ ਇਹ ਕਹਿ ਲਈਏ ਕਿ ਬੈਂਕ RBI ਤੋਂ ਪੈਸਾ ਲੈਂਦੇ ਆ। ਰਿਵਰਸ ਰੈਪੋ ਦੇ ਵਿੱਚ ਕੀ ਹੁੰਦਾ RBI ਬੈਂਕਾਂ ਤੋਂ ਪੈਸਾ ਉਧਾਰ ਲੈਂਦਾ, ਜਾਂ ਇਹਨੂੰ ਆਪਾਂ ਦੂਜੇ ਸ਼ਬਦਾਂ 'ਚ ਇਹ ਕਹਿ ਸਕਦੇ ਹਾਂ ਜੇਕਰ ਬੈਂਕਾਂ ਦੇ ਕੋਲ ਲਿਕੁਇਡਿਟੀ ਸਰਪਲਸ ਦੇ ਵਿੱਚ ਪਈ ਆ ਤਾਂ ਉਹ ਬੈਂਕਾਂ ਕੀ ਚਾਹਣਗੀਆਂ ਕਿ ਅਸੀਂ ਇਸ ਪੈਸੇ ਤੇ ਵਿਆਜ ਕਮਾ ਲਈਏ, ਤਾਂ ਉਹ ਕੀ ਕਰਨਗੀਆਂ ਉਸ ਪੈਸੇ ਨੂੰ ਵਿਆਜ ਤੇ RBI ਨੂੰ ਉਧਾਰ ਦੇ ਦੇਣਗੀਆਂ। ਦੇਖੋ ਇੱਕ ਗੱਲ ਧਿਆਨ ਦੇ ਵਿੱਚ ਰੱਖਣੀ ਆ, ਜਿਹੜਾ ਰਿਵਰਸ ਰੈਪੋ ਰੇਟ ਦਾ ਇੰਟਰਸਟ ਹੋਊਗਾ ਉਹ ਰੈਪੋ ਰੇਟ ਨਾਲੋਂ ਘੱਟ ਹੁੰਦਾ। ਅੱਗੇ ਆ ਗਿਆ ਜੀ ਮਾਰਜਨਲ ਸਟੈਂਡਿੰਗ ਫੈਸਿਲਿਟੀ। ਦੇਖੋ ਆਪਾਂ ਰੈਪੋ ਰੇਟ ਦੀ ਗੱਲ ਕਰਕੇ ਆਏ ਹਾਂ ਕਿ ਰੈਪੋ ਦੇ ਵਿੱਚ ਬੈਂਕਾਂ ਨੂੰ ਆਪਦੇ ਰੋਜ਼ਮਰਾ ਦੇ ਕੰਮਾਂ ਵਾਸਤੇ RBI ਤੋਂ ਪੈਸਾ ਉਧਾਰ ਮਿਲਦਾ, ਪਰ ਰੈਪੋ ਦੇ ਵਿੱਚ ਇੱਕ ਲਿਮਿਟਡ ਪਰਸੈਂਟੇਜ ਆਫ ਅਮਾਊਂਟ ਹੁੰਦਾ ਜਿਹੜਾ ਕੋਈ ਬੈਂਕ ਲੈ ਸਕਦਾ। ਜੇਕਰ ਬੈਂਕ ਨੂੰ ਉਸ ਪਰਸੈਂਟੇਜ ਤੋਂ ਜ਼ਿਆਦਾ ਪੈਸੇ ਦੀ ਜ਼ਰੂਰਤ ਆ ਤਾਂ ਉਹ ਪੈਸਾ ਉਹਨਾਂ ਨੂੰ ਮਾਰਜਨਲ ਸਟੈਂਡਿੰਗ ਫੈਸਿਲਿਟੀ ਰੇਟ ਤੇ ਮਿਲੂਗਾ। ਇਹਦੇ ਵਿੱਚ ਕੀ ਹੁੰਦਾ ਕਿ ਸ਼ਡਿਊਲਡ ਕਮਰਸ਼ੀਅਲ ਬੈਂਕਸ ਕੈਨ ਬੋਰੋ ਐਡੀਸ਼ਨਲ ਅਮਾਊਂਟ ਆਫ ਓਵਰਨਾਈਟ ਮਨੀ। ਮੰਨ ਲਓ ਕਿ ਕਿਸੇ ਬੈਂਕ ਨੂੰ 10 ਕਰੋੜ ਰੁਪਏ ਦੀ ਜ਼ਰੂਰਤ ਆ ਇੱਕ ਦਿਨ ਦੇ ਵਿੱਚ, ਪਰ ਉਸ ਬੈਂਕ ਨੂੰ 6 ਕਰੋੜ ਰੁਪਈਆ ਮਿਲ ਸਕਦਾ ਰੈਪੋ ਦੇ ਵਿੱਚ ਸਿਰਫ, ਤਾਂ ਜਿਹੜਾ ਨੈਕਸਟ ਜਿਹੜਾ 4 ਕਰੋੜ ਰੁਪਈਆ ਹੋਊਗਾ ਉਹ MSF ਦੇ ਅੰਡਰ ਲੈ ਸਕਦੇ ਆ। ਉਹਦੇ ਅੰਡਰ ਇਹਨਾਂ ਨੂੰ ਕੀ ਹੋਊਗਾ ਜੋ SLR ਪੋਰਟਫੋਲੀਓ ਹੁੰਦਾ ਜਿਹਦੇ ਬਾਰੇ ਪਹਿਲਾਂ ਆਪਾਂ ਡਿਸਕਸ ਕਰਕੇ ਆਏ ਆ, ਉਹਦੀਆਂ ਜਿਹੜੀਆਂ ਸਿਕਿਉਰਿਟੀਜ਼ ਹੋਣਗੀਆਂ ਉਹਨੂੰ ਗਹਿਣੇ ਰੱਖ ਕੇ ਉਹ ਪੈਸਾ ਇਹ RBI ਤੋਂ ਉਧਾਰ ਲੈ ਸਕਦੇ ਆ। ਪਰ ਇਹਦੇ ਵਿੱਚ ਇਹ ਧਿਆਨ ਰੱਖਣਾ ਹੁੰਦਾ ਕਿ ਮਾਰਜਨਲ ਸਟੈਂਡਿੰਗ ਫੈਸਿਲਿਟੀ ਦਾ ਜਿਹੜਾ ਰੇਟ ਆਫ ਇੰਟਰਸਟ ਹੁੰਦਾ ਉਹ ਰੈਪੋ ਤੋਂ ਕੀ ਹੁੰਦਾ ਜ਼ਿਆਦਾ ਹੁੰਦਾ। ਨੈਕਸਟ ਹੈਗਾ ਜੀ ਮਾਰਕੀਟ ਸਟੈਬਲਾਈਜੇਸ਼ਨ ਸਕੀਮ। ਇਹਦੇ ਅੰਡਰ ਦੇਖੋ ਕੀ ਹੁੰਦਾ ਕਿ ਜੋ ਸਰਪਲਸ ਲਿਕੁਇਡਿਟੀ ਦੇਖੋ ਇਕਨੋਮੀ ਦੇ ਵਿੱਚ ਫਲੋ ਹੋ ਰਹੀ ਆ ਉਸ ਨੂੰ RBI ਦੇ ਵੱਲੋਂ ਐਬਜ਼ੋਰਬ ਕੀਤਾ ਜਾਂਦਾ। ਐਬਜ਼ੋਰਬ ਵਾਸਤੇ ਕੀ ਕੀਤਾ ਜਾਂਦਾ ਦੇਖੋ ਟ੍ਰੈਜਰੀ ਬਿੱਲ ਇਸ਼ੂ ਕਰ ਦਿੱਤੇ ਜਾਂਦੇ ਆ ਜਾਂ ਜਿਹੜੀਆਂ ਸ਼ਾਰਟ ਡੇਟਡ ਗਵਰਨਮੈਂਟ ਸਿਕਿਉਰਿਟੀਜ਼ ਹੁੰਦੀਆਂ ਉਹ ਫਲੋਟ ਕਰ ਦਿੱਤੀਆਂ ਜਾਂਦੀਆਂ। ਦੇਖੋ ਇਹ ਸਾਰੇ ਸੀਗੇ ਕੁਆਂਟੀਟੇਟਿਵ ਮੈਜ਼ਰਸ। ਹੁਣ ਜਦੋਂ ਆਪਾਂ ਕੁਆਲੀਟੇਟਿਵ ਦੀ ਗੱਲ ਕਰਦੇ ਹਾਂ ਤਾਂ ਇਹਦੇ ਵਿੱਚ ਕੀ ਹੁੰਦਾ ਕੰਜ਼ਿਊਮਰ ਕ੍ਰੈਡਿਟ ਨੂੰ ਰੈਗੂਲੇਟ ਕੀਤਾ ਜਾਂਦਾ। ਕੰਜ਼ਿਊਮਰ ਕ੍ਰੈਡਿਟ ਨੂੰ ਰੈਗੂਲੇਟ ਕਰਨ ਦਾ ਮੀਨਿੰਗ ਦੇਖੋ ਕੀ ਹੋ ਗਿਆ ਕਿ RBI ਦੇ ਵੱਲੋਂ ਇਹ ਸ਼ਰਤਾਂ ਲਗਾ ਦਿੱਤੀਆਂ ਜਾਂਦੀਆਂ ਕਿ ਇਸ ਕੈਟਾਗਰੀ ਦੇ ਕੰਜ਼ਿਊਮਰ ਨੂੰ ਇੰਨਾ ਕੁ ਹੀ ਜਿਹੜਾ ਹੈਗਾ ਉਹ ਪੈਸਾ ਉਧਾਰ ਮਿਲ ਸਕਦਾ, ਜਾਂ ਉਹਨਾਂ ਦੀ ਆਪਾਂ ਇਹ ਕਹਿ ਲਈਏ ਕਿ ਰਿਕੁਆਇਰਮੈਂਟਸ ਵਧਾ ਦਿੱਤੀਆਂ ਜਾਂਦੀਆਂ। ਜੇਕਰ ਕਿਸੇ ਖਾਸ ਕੈਟਾਗਰੀ ਦੇ ਕੰਜ਼ਿਊਮਰ ਨੂੰ ਸਿਰਫ 2 ਡਾਕੂਮੈਂਟ ਚਾਹੀਦੇ ਸੀ ਤਾਂ ਉਹਦੇ ਡਾਕੂਮੈਂਟ ਨੂੰ ਵਧਾ ਕੇ 3 ਕਰ ਦਿੰਦੇ ਆ। ਜੇਕਰ RBI ਚਾਹੁੰਦਾ ਕਿ ਪੈਸਾ ਵੱਧ ਤੋਂ ਦਿੱਤਾ ਜਾਵੇ ਤਾਂ ਡਾਕੂਮੈਂਟ ਨੂੰ ਉਹ ਗਿਣਤੀ ਘਟਾ ਦੂਗਾ। ਜੇਕਰ RBI ਇਹ ਚਾਹੁੰਦਾ ਕਿ ਆਪਾਂ ਮਾਰਕੀਟ ਦੇ ਵਿੱਚ
ਜਿਹੜਾ ਪੈਸਾ ਹੈਗਾ ਉਹ ਘੱਟ ਤੋਂ ਘੱਟ ਕਰਨਾ ਤਾਂ ਡਾਕੂਮੈਂਟ ਦੀ ਗਿਣਤੀ ਨੂੰ ਕੀ ਕਰ ਦੂਗਾ, ਵਧਾ ਦੂਗਾ, ਹਾਰਡ ਕਰ ਦੂਗਾ। ਮਾਰਜਨ ਰਿਕੁਆਇਰਮੈਂਟਸ, ਮਾਰਜਨ ਦਾ ਮੀਨਿੰਗ ਕੀ ਹੈ, ਦੇਖੋ ਜੇਕਰ ਕਿਸੇ ਪਰਸਨ ਨੂੰ ਮੰਨ ਲਓ 5 ਲੱਖ ਰੁਪਏ ਚਾਹੀਦਾ ਤਾਂ ਉਹ ਮੰਨ ਲਓ ਜੀ 10 ਲੱਖ ਦੀ ਕੋਈ ਆਪਦੀ ਪ੍ਰੋਪਰਟੀ ਗਹਿਣੇ ਰੱਖ ਰਿਹਾ, ਠੀਕ ਹੈ, ਤਾਂ ਜੇ ਆਰਬੀ ਇਹ ਚਾਹੁੰਦਾ ਕਿ ਆਪਾਂ ਸਿਚੁਏਸ਼ਨ ਨੂੰ ਆਪਾਂ ਰਿਲੈਕਸ ਕਰਨਾ ਤਾਂ 10 ਲੱਖ ਦੀ ਸਿਕਿਉਰਿਟੀ ਦੇ ਬਦਲੇ ਉਹ 7 ਲੱਖ ਰੁਪਏ ਲੋਨ ਦੇ ਸਕਦਾ। ਜੇਕਰ ਆਰਬੀਆਈ ਸਿਚੁਏਸ਼ਨ ਨੂੰ ਟਾਈਟ ਕਰਨਾ ਚਾਹੁੰਦਾ ਤਾਂ ਉਹੀ 7 ਲੱਖ ਨੂੰ ਘਟਾ ਕੇ ਉਹ ਲੋਨ ਨੂੰ 6 ਲੱਖ ਵੀ ਕਰ ਸਕਦਾ। ਜਾਂ ਡਾਇਰੈਕਟ ਐਕਸ਼ਨ ਵੀ ਦੇਖੋ ਆਰਬੀ ਵੱਲੋਂ ਲਿਆ ਜਾਂਦਾ। ਕ੍ਰੈਡਿਟ ਰਾਸ਼ਨਿੰਗ ਦੇਖੋ ਕੀਤੀ ਜਾਂਦੀ ਹੈ। ਇਹਦਾ ਮੀਨਿੰਗ ਇਹ ਹੁੰਦਾ ਜੇਕਰ ਖੇਤੀਬਾੜੀ ਲਈ ਕਿਸੇ ਪਰਸਨ ਨੂੰ ਪਹਿਲਾਂ 1 ਲੱਖ ਰੁਪਏ ਮਿਲ ਰਿਹਾ ਸੀ, ਜੇਕਰ ਆਰਬੀਆਈ ਚਾਹੁੰਦਾ ਕਿ ਸਿਚੁਏਸ਼ਨ ਟਾਈਟ ਕਰਨੀ ਆ ਤਾਂ ਉਹਨੂੰ 1 ਲੱਖ ਨੂੰ ਘਟਾ ਕੇ 50,000 ਕਰ ਸਕਦਾ। ਐਂਡ ਜੇਕਰ ਉਹ ਸਿਚੁਏਸ਼ਨ ਨੂੰ ਰਿਲੈਕਸ ਕਰਨਾ ਚਾਹੁੰਦਾ 1 ਲੱਖ ਨੂੰ ਵਧਾ ਕੇ ਉਹ 1.5 ਲੱਖ ਕਰ ਸਕਦਾ। ਕਈ ਵਾਰ ਬੈਂਕਾਂ ਨੂੰ ਵੀ ਰਿਕੁਐਸਟ ਵੀ ਕੀਤੀ ਜਾਂਦੀ ਵੀ ਹਾਂ ਤੁਸੀਂ ਇਸ ਤਰ੍ਹਾਂ ਦਾ ਕੰਮ ਕੋਈ ਕਰ ਲਓ, ਜਾਂ ਹੋਰ ਡਿਫਰੈਂਟ ਟਾਈਪ ਦੀ ਜਿਹੜੀ ਗਾਈਡਲਾਈਨਸ ਉਹ ਵੀ ਇਸ਼ੂ ਕੀਤੀਆਂ ਜਾਂਦੀਆਂ। ਹੁਣ ਦੇਖੋ ਆਰਬੀਆਈ ਦੇ ਪਾਲਿਸੀ ਸਟਾਂਸ ਦੀ ਗੱਲ ਕਰੀਏ ਆਪਾਂ ਤਾਂ ਫਸਟ ਆਫ ਆਲ ਅਕੋਮੋਡੇਟਿਵ ਸਟਾਂਸ। ਦੇਖੋ ਅਕੋਮੋਡੇਟਿਵ ਸਟਾਂਸ ਦੇ ਵਿੱਚ ਕੀ ਹੁੰਦਾ ਕਿ ਆਰਬੀਆਈ ਇੰਟਰਸਟ ਰੇਟ ਨੂੰ ਘਟਾਉਣਾ ਚਾਹੁੰਦੀ ਹੈ। ਜਦੋਂ ਇੰਟਰਸਟ ਰੇਟ ਨੂੰ ਘਟਾਉਣਾ ਚਾਹੁੰਦੀ ਹੈ ਇਹਦਾ ਮੀਨਿੰਗ ਕੀ ਹੈ ਕਿ ਮਨੀ ਸਪਲਾਈ ਨੂੰ ਕੀ ਕਰਾਉਣਾ ਚਾਹੁੰਦੀ ਹੈ, ਉਹ ਐਕਸਪੈਂਡ ਕਰਨਾ ਚਾਹੁੰਦੀ ਹੈ। ਤਾਂ ਇਸ ਨੂੰ ਆਪਾਂ ਈਜ਼ੀ ਮੋਨੇਟਰੀ ਪਾਲਿਸੀ ਵੀ ਕਹਿ ਦਿੰਦੇ ਹਾਂ। ਨਿਊਟਰਲ ਮੋਨੇਟਰੀ ਪਾਲਿਸੀ ਸਟਾਂਸ, ਇਹਦੇ ਵਿੱਚ ਕੀ ਹੁੰਦਾ ਦੇਖੋ ਪਾਲਿਸੀ ਰੇਟ ਨਾ ਤਾਂ ਵਧਾਇਆ ਜਾਂਦਾ ਤੇ ਨਾ ਹੀ ਘਟਾਇਆ ਜਾਂਦਾ। ਦੇਖੋ ਜਦੋਂ ਆਪਾਂ ਪਾਲਿਸੀ ਰੇਟ ਦੀ ਗੱਲ ਕਰ ਰਹੇ ਹਾਂ ਤਾਂ ਇਹਦਾ ਮੀਨਿੰਗ ਹੁੰਦਾ ਰੈਪੋ ਰੇਟ। ਤਾਂ ਇਹਦੇ ਵਿੱਚ ਕੀ ਹੁੰਦਾ ਦੇਖੋ ਨਾ ਹੀ ਤਾਂ ਇਕਨੋਮੀ ਸਟਿਮੂਲੇਟ ਹੁੰਦੀ ਆ ਐਂਡ ਨਾ ਹੀ ਇਕਨੋਮੀ ਕੀ ਹੁੰਦੀ ਹੈ ਸਲੋ ਡਾਊਨ ਹੁੰਦੀ ਹੈ। ਜਦੋਂ ਆਪਾਂ ਟਾਈਟ ਮੋਨੇਟਰੀ ਪਾਲਿਸੀ ਦੀ ਗੱਲ ਕਰਦੇ ਹਾਂ ਤਾਂ ਇਹਦੇ ਵਿੱਚ ਕੀ ਹੁੰਦੇ ਰੇਟ ਵਧਾ ਦਿੱਤੇ ਜਾਂਦੇ ਆ। ਰੇਟ ਵਧਾਉਣ ਦਾ ਮੀਨਿੰਗ ਕੀ ਹੈਗਾ ਕਿ ਜਿਹੜੇ ਕਰਜ਼ੇ ਹੋਣਗੇ ਉਹ ਮਹਿੰਗੇ ਹੋ ਜਾਣਗੇ। ਤਾਂ ਇਹ ਸਭ ਕਿਉਂ ਕੀਤਾ ਨਾ ਤਾਂ ਕਿ ਜਿਹੜੀ ਮਹਿੰਗਾਈ ਹੈ ਉਹਦੀ ਦਰ ਨੂੰ ਘੱਟ ਕੀਤਾ ਜਾ ਸਕੇ। ਇਹ ਚੀਜ਼ ਦੇਖੋ ਮਨੀ ਸਪਲਾਈ ਨੂੰ ਰਿਸਟ੍ਰਿਕਟ ਕਰੂਗੀ ਐਂਡ ਇਹਨੂੰ ਹੌਕਿਸ਼ ਮੋਨੇਟਰੀ ਪਾਲਿਸੀ ਦਾ ਨਾਮ ਵੀ ਦਿੱਤਾ ਜਾਂਦਾ, ਵਿਚ ਇਜ਼ ਰੀਅਲੀ ਇੰਪੋਰਟੈਂਟ ਫਰੋਮ ਏਅਰ ਪੇਪਰਸ ਪੁਆਇੰਟ ਆਫ ਵਿਊ। ਨੈਕਸਟ ਆ ਗਈ ਡੋਵਿਸ਼ ਸਟਾਂਸ। ਇਹ ਸਟਾਂਸ ਦੇਖੋ ਉਦੋਂ ਲਿਆ ਜਾਂਦਾ ਵੈਨ ਇਕਨੋਮੀ ਇਜ਼ ਨਾਟ ਗਰੋਇੰਗ। ਇਕਨੋਮੀ ਦੇ ਵਿੱਚ ਇੰਨਾ ਜ਼ਿਆਦਾ ਗਰੋ ਹੋ ਨਹੀਂ ਰਹੀ ਜਿੰਨਾ ਕਿ ਗਰੋ ਸਰਕਾਰ ਵੱਲੋਂ ਜਾਂ ਆਰਬੀਆਈ ਵੱਲੋਂ ਕੀ ਕੀਤਾ ਗਿਆ ਸੀ, ਐਂਟੀਸਪੇਟ ਕੀਤਾ ਗਿਆ ਸੀ। ਤਾਂ ਇਹਦੇ ਵਿੱਚ ਕੀ ਹੁੰਦਾ ਦੇਖੋ ਇੰਟਰਸਟ ਰੇਟ ਨੂੰ ਲੋ ਕੀਤਾ ਜਾਂਦਾ, ਇਹਦੇ ਨਾਲ ਕੀ ਹੁੰਦੀ ਹੈ ਕ੍ਰੈਡਿਟ ਕ੍ਰੀਏਸ਼ਨ ਹੁੰਦੀ ਹੈ। ਨੈਕਸਟ ਸਮ ਟਰਮਸ ਦੇਖੋ ਆਪਾਂ ਗੱਲ ਕਰਦੇ ਹਾਂ ਜੀ ਪ੍ਰਾਇਓਰਟੀ ਸੈਕਟਰ ਲੈਂਡਿੰਗ। ਦੇਖੋ ਨਾਮ ਤੇ ਪਤਾ ਲੱਗੀ ਜਾਂਦਾ ਕਿ ਇਸ ਤਰ੍ਹਾਂ ਦੇ ਸੈਕਟਰਸ ਜਿਨ੍ਹਾਂ ਨੂੰ ਕਿ ਕਰਜ਼ਿਆਂ ਦੇ ਵਿੱਚ ਕੀ ਦਿੱਤੀ ਜਾਂਦੀ ਹੈ ਪ੍ਰੈਫਰੈਂਸ ਦਿੱਤੀ ਜਾਂਦੀ ਹੈ। ਦੇਖੋ ਆਰਬੀਆਈ ਦੀ ਇਹ ਗਾਈਡਲਾਈਨਸ ਨੇ ਕਿ ਆਲ ਡੋਮੈਸਟਿਕ ਕਮਰਸ਼ੀਅਲ ਬੈਂਕਸ ਐਂਡ ਫੋਰਨ ਬੈਂਕਸ ਵਿਦ ਬ੍ਰਾਂਚਿਸ ਗ੍ਰੇਟਰ ਦੈਨ 20 ਇਨ ਇੰਡੀਆ, ਉਹ ਫੋਰਨ ਬੈਂਕਸ ਜਿਨ੍ਹਾਂ ਦੀਆਂ ਕਿ ਇੰਡੀਆ ਦੇ ਵਿੱਚ ਬ੍ਰਾਂਚਿਸ 20 ਤੋਂ ਜ਼ਿਆਦਾ, ਉਹਨਾਂ ਨੂੰ ਇਹ ਰਿਕੁਆਇਰਡ ਆ PSL ਗਾਈਡਲਾਈਨਸ ਦੇ ਅੰਡਰ ਕਿ ਉਹਨਾਂ ਨੇ ਐਟਲੀਸਟ 40% ਜਿਹੜਾ ਪੈਸਾ ਹੁੰਦਾ ਜਿਹੜਾ ਪੈਸਾ ਹੁੰਦਾ ਉਹਨਾਂ ਦੇ ਐਡਵਾਂਸਿਸ ਦਾ, ਉਹਨਾਂ ਦੇ ਲੋਨਸ ਦਾ, ਉਹ ਪ੍ਰਾਇਓਰਟੀ ਸੈਕਟਰ ਨੂੰ ਦੇਣਾ ਹੀ ਦੇਣਾ ਹੁੰਦਾ। ਤੇ ਜਦੋਂ ਪ੍ਰਾਇਓਰਟੀ ਸੈਕਟਰ ਦੀ ਆਪਾਂ ਗੱਲ ਕਰਦੇ ਹਾਂ ਤਾਂ ਇਹਦੇ ਅੰਡਰ ਦੇਖੋ ਸਮ ਆਫ ਦਾ ਸੈਕਟਰਸ ਕਿਹੜੇ ਆ ਜਾਂਦੇ, ਐਗਰੀਕਲਚਰ ਸੈਕਟਰ ਆਉਂਦਾ, MSME ਸੈਕਟਰ ਆ ਜਾਂਦਾ, ਐਜੂਕੇਸ਼ਨ ਸੈਕਟਰ ਆ ਜਾਂਦਾ, ਰੀਨਿਊਏਬਲ ਐਨਰਜੀ ਸੈਕਟਰ ਆ ਜਾਂਦਾ, ਸੋਸ਼ਲ ਇਨਫਰਾਸਟਰਕਚਰ ਐਂਡ ਹੋਰ ਵੀ ਬਹੁਤ ਸਾਰੇ ਸੈਕਟਰ ਆ ਜਾਂਦੇ ਆ। ਜਦੋਂ ਆਪਾਂ ਇਹਨਾਂ ਸਬ ਟਾਰਗੇਟਸ ਦੀ ਗੱਲ ਕਰਦੇ ਦੇਖੋ ਤਾਂ 18% ਆਫ ਜਿਹੜਾ ਕ੍ਰੈਡਿਟ ਆ ਉਹ ਐਗਰੀਕਲਚਰ ਨੂੰ ਦੇਣਾ ਹੀ ਦੇਣਾ, ਮਾਈਕਰੋ ਇੰਟਰਪ੍ਰਾਈਸਿਸ ਨੂੰ 7.5% ਦੇਣਾ ਹੀ ਦੇਣਾ ਐਂਡ ਵੀਕਰ ਸੈਕਸ਼ਨਸ ਨੂੰ 10% ਜਿਹੜਾ ਐਡਵਾਂਸ ਉਹ ਦੇਣੀ ਦੇਣੇ ਆ। ਦੇਖੋ ਡੋਮੈਸਟਿਕ ਕਮਰਸ਼ੀਅਲ ਬੈਂਕਸ, ਫੋਰਨ ਬੈਂਕਸ, ਉਹਨਾਂ ਨੂੰ 40% ਦੇਖੋ ਘੱਟੋ ਘੱਟ ਦੇਣਾ, ਜ਼ਿਆਦਾ ਵੀ ਦੇ ਸਕਦੇ ਆ, ਬਟ ਰੀਜਨਲ ਰੂਰਲ ਬੈਂਕਸ ਜਿਹਨਾਂ ਦੀ ਆਪਾਂ ਪਿਛਲੀ ਵੀਡੀਓ 'ਚ ਗੱਲ ਕੀਤੀ ਸੀ ਉਹਨਾਂ ਨੂੰ 75% ਆਫ ਦਾ ਜਿਹੜਾ ਅਮਾਊਂਟ ਆ ਉਹ PSL ਕੈਟਾਗਰੀ ਦੇ ਅੰਡਰ ਦੇਣਾ ਹੀ ਦੇਣਾ ਪੈਂਦਾ। ਐਂਡ ਜੇਕਰ ਕੋਈ ਵੀ ਬੈਂਕ ਇੰਨਾ ਖਰਚਾ ਕਰਨ ਦੇ ਵਿੱਚ ਦੇਖੋ ਇਨਕੈਪੇਬਲ ਰਹਿੰਦਾ ਤਾਂ ਉਹਨੂੰ ਓਨਾ ਜਿਹੜਾ ਅਮਾਊਂਟ ਆ ਉਹ ਰੂਰਲ ਇਨਫਰਾਸਟਰਕਚਰ ਡਿਵੈਲਪਮੈਂਟ ਫੰਡ ਨੂੰ ਦੇਣਾ ਹੀ ਦੇਣਾ ਪੈਂਦਾ, ਜਿਹੜਾ ਕਿ ਸੈਟਅਪ ਕੀਤਾ ਜਾਂਦਾ ਨਾਬਾਰਡ ਦੇ ਅੰਡਰ। ਐਂਡ ਇਸ ਤੋਂ ਇਲਾਵਾ ਦੇਖੋ ਇੱਕ ਰੂਰਲ ਡਿਵੈਲਪਮੈਂਟ ਫੰਡ ਵੀ ਹੁੰਦਾ, ਉਹ ਕੀ ਹੁੰਦਾ ਜੇਕਰ ਤੁਹਾਨੂੰ ਨਹੀਂ ਪਤਾ ਤਾਂ ਤੁਸੀਂ ਕਮਿਊਨਿਟੀ ਪੋਸਟ ਦੇ ਵਿੱਚ ਜਾ ਕੇ ਦੇਖ ਸਕਦੇ ਹੋ, ਉੱਥੇ ਮੈਂ ਪੋਸਟ ਕੀਤਾ ਹੋਇਆ। ਇਸ ਤੋਂ ਇਲਾਵਾ ਦੇਖੋ ਇੱਕ ਪ੍ਰਾਇਓਰਟੀ ਸੈਕਟਰ ਲੈਂਡਿੰਗ ਸਰਟੀਫਿਕੇਟ ਦਾ ਜਿਹੜਾ ਸਿਸਟਮ ਸੀ ਉਹ ਵੀ ਸ਼ੁਰੂ ਕੀਤਾ ਗਿਆ ਸੀ ਐਂਡ ਇਹ ਆਈਡੀਆ ਦਿੱਤਾ ਗਿਆ ਸੀ ਰਘੂ ਰਾਮ ਰਾਜਨ ਕਮੇਟੀ ਦੇ ਦੁਆਰਾ। ਦੇਖੋ ਗਵਰਨਮੈਂਟ ਵੱਲੋਂ 2020 ਜਦੋਂ ਕੋਵਿਡ ਟਾਈਮ ਸੀ ਉਦੋਂ ਆਰਬੀਆਈ ਤੋਂ ਇਹਨਾਂ ਸੋਧਾਂ ਵੀ ਕਰਵਾਈਆਂ ਗਈਆਂ ਸੀਗੀਆਂ ਤੇ ਉਹਨਾਂ ਸੋਧਾਂ ਦੇ ਵਿੱਚ ਦੇਖੋ ਕੀ ਹੈ ਕਿ ਫਰੈਸ਼ ਕੈਟਾਗਰੀਜ਼ ਦੇ ਵਿੱਚ ਸਟਾਰਟਅਪ ਲੋਨ ਅਪ ਟੂ 50 ਕਰੋੜ ਵੀ PSL ਦੇ ਅੰਡਰ ਦਿੱਤਾ ਜਾ ਸਕਦਾ। ਐਗਰੀ ਪੰਪਸ ਦੀ ਜਿਹੜੀ ਸੋਲਰਾਈਜੇਸ਼ਨ ਆ ਉਹ ਵੀ PSL ਕੈਟਾਗਰੀ ਅੰਡਰ ਕੀਤੀ ਜਾ ਸਕਦੀ ਆ, ਜਾਂ ਕੰਪਰੈਸਡ ਬਾਇਓਗੈਸ ਪਲਾਂਟਸ ਜਿਹੜੇ ਹੈਗੇ ਆ ਉਹ ਵੀ
ਇਸ PSL ਕੈਟਾਗਰੀ ਦੇ ਅੰਡਰ ਐਸਟੈਬਲਿਸ਼ ਕੀਤੀ ਜਾ ਸਕਦੀ ਹੈ। ਇਹਨੂੰ ਤੁਸੀਂ ਧਿਆਨ ਨਾਲ ਪੜ੍ਹ ਲੈਣਾ। ਨੈਕਸਟ ਹੈਗਾ ਜੀ ਕੈਪੀਟਲ ਐਡਿਕੁਏਸੀ ਰੇਸ਼ੋ which is really important for the paper's point of view. It is also known as CAR and CRAR, which is capital to risk weighted assets ratio. ਦੇਖੋ ਇਹਦਾ ਮੀਨਿੰਗ ਕੀ ਆ ਕਿ ਜੋ ਪੈਸਾ ਬੈਂਕਾਂ ਵੱਲੋਂ ਦੇਖੋ ਉਧਾਰਤ ਆ ਯਾਰ, ਜਿਵੇਂ 100 ਦੇ ਵਿੱਚੋਂ ਮੰਨ ਲਓ 50 ਰੁਪਏ ਬੈਂਕਾਂ ਵੱਲੋਂ ਲੋਨ ਦਿੱਤੇ ਗਏ ਆ, ਤਾਂ ਇਹ 50 ਦਾ 50 ਰੁਪਇਆ ਜਿਹੜਾ ਹੈਗਾ ਬੈਂਕਾਂ ਨੂੰ ਵਾਪਸ ਨਹੀਂ ਹੋਣਾ, ਬਹੁਤ ਸਾਰੇ ਪੈਸੇ ਨੇ ਡੁੱਬਣਗੇ ਵੀ। ਸੋ ਇਸ ਡੋਬੇ ਤੋਂ ਬੈਂਕਾਂ ਨੂੰ ਬਚਾਉਣ ਵਾਸਤੇ ਕੁਛ ਕੁ ਜਿਹੜਾ ਪੈਸਾ ਹੁੰਦਾ ਉਹ ਬੈਂਕਾਂ ਨੂੰ ਪਾਸੇ ਰੱਖਣਾ ਪੈਂਦਾ, ਤਾਂ ਕਿ ਜੇਕਰ ਇਹ ਪੈਸਾ ਬੈਂਕ ਦਾ ਡੁੱਬਦਾ ਵੀ ਹੈ ਤਾਂ ਬੈਂਕ ਨੂੰ ਨੁਕਸਾਨ ਤਾਂ ਝੱਲਣਾ ਪਵੇ, ਪਰ ਬੈਂਕ ਉਸ ਨੁਕਸਾਨ ਨੂੰ ਝੱਲਣ ਦੇ ਕਾਬਲ ਜ਼ਰੂਰ ਬਣ ਸਕੇ। ਸੋ ਇਟ ਇਜ਼ ਅ ਰੇਸ਼ੋ ਆਫ ਬੈਂਕਸ ਕੈਪੀਟਲ ਟੂ ਇਟਸ ਰਿਸਕ weighted assets and current liabilities। ਦੇਖੋ ਉਹੀ ਚੀਜ਼ ਆ ਗਈ, ਇਹ ਦੇਖੋ ਜੋ ਬੈਂਕ ਦੀਆਂ ਰਿਸਕੀ ਐਸੈਟਸ ਨੇ, ਇਹਨਾਂ ਨੂੰ ਦੇਖੋ ਰਿਸਕੀ ਐਸੈਟਸ ਕਿਉਂ ਕਿਹਾ ਗਿਆ, ਬਿਕੋਜ਼ ਐਸੈਟਸ ਹੈਗੀਆਂ ਪਰ ਰਿਸਕੀ ਹੈ। ਇਟ ਮੀਨਸ ਕਿ ਇਹਨਾਂ ਤੋਂ ਪੈਸਾ ਆ ਵੀ ਸਕਦਾ ਐਂਡ ਪੈਸਾ ਨਹੀਂ ਵੀ ਆ ਸਕਦਾ। ਸੋ ਉਹ ਪੈਸਾ ਜੋ ਬੈਂਕ ਆਪਦੀਆਂ ਇਹਨਾਂ ਰਿਸਕੀ ਐਸੈਟਸ ਤੋਂ ਆਪਦੇ ਆਪ ਨੂੰ ਬਚਾਉਣ ਵਾਸਤੇ ਆਪਦੇ ਕੋਲੇ ਇੱਕ ਪਾਸੇ ਬਚਾ ਕੇ ਰੱਖਦੀ ਹੈ, that is capital adequacy amount ਹੋਊਗਾ ਉਹ। It is to secure deposits and boosting efficiency and stability of financial sector। Now ਦੇਖੋ ਜਦੋਂ ਆਪਾਂ ਕਾਰ ਦੀ ਗੱਲ ਕਰਦੇ ਹਾਂ ਤੇ ਇਹਦੇ ਅੰਦਰ ਦੋ ਟਾਈਪ ਦੇ ਕੈਪੀਟਲ ਆ ਜਾਂਦੇ ਆ, one is tier 1 capital and other is tier 2 capital। ਦੇਖੋ tier 1 capital ਨੂੰ core capital ਵੀ ਕਹਿੰਦੇ ਆ। ਜਦੋਂ ਆਪਾਂ ਇਹਦੀ definition ਦੀ ਗੱਲ ਕਰਦੇ ਆ ਤਾਂ tier 1 capital is that capital which can absorb reasonable amount of loss without causing bank to cease trading। ਦੇਖੋ tier 1 capital ਉਹ capital ਹੁੰਦੀ ਹੈ ਜਿਹੜੀ ਕਿ ਬੈਂਕ ਨੂੰ ਹੈਲਪ ਕਰਦੀ ਆ ਜਿਹੜਾ ਵੀ ਇਹਦਾ ਲਾਸ ਹੋਊਗਾ ਇਹਨੂੰ ਅਬਜ਼ੌਰਬ ਕਰਨ ਦੇ ਵਿੱਚ, ਐਂਡ ਨਾਲ ਬੈਂਕ ਦੀ ਜਿਹੜੀ ਫੰਕਸ਼ਨਿੰਗ ਆ ਉਹ ਵੀ ਚਾਲੂ ਰੱਖਣ ਦੇ ਵਿੱਚ। ਇਟ ਮੀਨਸ ਕਿ ਬੈਂਕ ਨੂੰ ਕੀ ਕਰਨਾ ਪਊਗਾ, ਉਹਦੀ ਫੰਕਸ਼ਨਿੰਗ ਨੂੰ ਰੋਕਣਾ ਨਹੀਂ ਪੈਣਾ। tier 1 capital ਦੀ ਮਦਦ ਦੇ ਨਾਲ ਬੈਂਕ ਆਪਦੇ ਆਪ ਨੂੰ ਚਲਾਉਂਦਾ ਰੱਖੂਗਾ। ਸੋ ਇਹਦੇ ਅੰਡਰ ਦੇਖੋ ਕੀ ਸ਼ਾਮਲ ਹੁੰਦਾ, ਆਰਡੀਨਰੀ ਜਿਹੜੇ ਸ਼ੇਅਰਸ ਹੁੰਦੇ ਆ ਦੇਖੋ ਉਹ ਆ ਜਾਂਦੇ ਆ, ਐਂਡ ਬੈਂਕ ਦੀ ਜਿਹੜੀ ਇਕੁਇਟੀ ਕੈਪੀਟਲ ਆ ਉਹ ਆ ਜਾਂਦੀ ਹੈ। ਜਦੋਂ ਆਪਾਂ tier 2 ਕੈਪੀਟਲ ਦੀ ਗੱਲ ਕਰਦੇ ਆ ਤਾਂ tier 2 ਦੇ ਵਿੱਚ ਦੇਖੋ ਉਹ ਆ ਜਾਂਦਾ ਜਿਹੜਾ ਕਿ ਉਦੋਂ ਹੀ ਲਾਸ ਨੂੰ ਅਬਜ਼ੌਰਵ ਕਰ ਸਕਦਾ ਜਦੋਂ ਬੈਂਕ ਜਿਹੜਾ ਹੈਗਾ ਉਹ ਦਿਵਾਲੀਆ ਹੋ ਚੁੱਕਿਆ, ਠੀਕ ਹੈ ਨਾ। ਇਹ ਲੈਸਰ ਲੈਵਲ ਆਫ ਪ੍ਰੋਟੈਕਸ਼ਨ ਜਿਹੜਾ ਹੈਗਾ ਉਹ ਪ੍ਰੋਵਾਈਡ ਕਰਦਾ, ਐਂਡ ਇਹਦੇ ਵਿੱਚ ਰੀਵੈਲੂਏਸ਼ਨ ਰਿਜ਼ਰਵਸ ਆ ਜਾਂਦੇ ਨੇ, ਅਨਆਡਿਟਡ ਰਿਜ਼ਰਵਸ ਆ ਜਾਂਦੇ ਨੇ। ਰੀਵੈਲੂਏਸ਼ਨ ਰਿਜ਼ਰਵਸ ਕੀ ਹੁੰਦੇ ਨੇ ਇਹਦੇ ਬਾਰੇ ਪਹਿਲਾਂ ਹੀ ਆਪਾਂ ਡਿਸਕਸ ਕਰ ਚੁੱਕੇ। ਨੈਕਸਟ ਹੈਗਾ ਜੀ ਬੇਸਲ ਨੋਰਮਸ। ਇਟਸ ਆਲਸੋ ਐਨ ਇੰਪੋਰਟੈਂਟ ਟੌਪਿਕ ਫॉर ਆਰ ਪੰਜਾਬ PCS ਔਰ ਅਦਰ PPSC ਐਗਜ਼ਾਮੀਨੇਸ਼ਨਸ। ਦੇਖੋ ਬੈਸਲ ਇੱਕ ਸਵਿਟਜ਼ਰਲੈਂਡ ਦੇ ਵਿੱਚ ਪਲੇਸ ਆ, ਠੀਕ ਹੈ ਨਾ, ਉਸ ਨਾਮ ਤੇ ਇਸ ਨੂੰ ਬੈਸਲ ਨੋਰਮਸ ਕਿਹਾ ਜਾਂਦਾ ਹੈਗਾ। ਸੋ ਬੈਸਲ ਪਲੇਸ ਤੇ ਜਿਹੜੇ ਸਾਰੇ ਸੈਂਟਰਲ ਬੈਂਕਸ ਨੇ ਉਹ ਇਕੱਠੇ ਹੁੰਦੇ ਆ, ਐਂਡ ਉੱਥੇ ਉਹ ਜੋ ਵੀ ਇੰਟਰਨੈਸ਼ਨਲ ਸਿਸਟਮ ਆਫ ਬੈਂਕਿੰਗ ਵਾਸਤੇ ਘਾਟਾਂ ਘਟਦੇ ਆ, ਸੋ ਉਹਨਾਂ ਨੂੰ ਆਪਾਂ ਬੈਸਲ ਨੋਰਮਸ ਕਹਿ ਦਿੰਦੇ ਆ। ਇਟ ਇਜ਼ ਗਿਵਨ ਬਾਈ ਬੇਸਲ ਕਮੇਟੀ ਔਨ ਬੈਂਕਿੰਗ ਸੁਪਰਵਿਜ਼ਨ, ਐਂਡ ਇਹ ਕਮੇਟੀ ਜਿਹੜੀ ਆ ਉਹ ਸਟੈਬਲਿਸ਼ ਕੀਤੀ ਗਈ ਸੀ ਗਵਰਨਰ ਆਫ ਸੈਂਟਰਲ ਬੈਂਕਸ ਆਫ G10। G10 ਦੇ ਦੇਖੋ ਜਿਹੜੇ ਵੀ ਮੈਂਬਰ ਨੇ ਉਹਨਾਂ ਦੀਆਂ ਸੈਂਟਰਲ ਬੈਂਕ ਦੇ ਗਵਰਨਰ ਦੁਆਰਾ ਇਸ ਕਮੇਟੀ ਨੂੰ ਸਟੈਬਲਿਸ਼ ਕੀਤਾ ਗਿਆ ਸੀ। ਨਾਓ ਇਹਦੇ 45 ਮੈਂਬਰ ਨੇ ਐਂਡ 28 ਜੂਰਿਸਡਿਕਸ਼ਨ ਇਹਦੇ ਅੰਡਰ ਆ ਜਾਂਦੇ ਆ। ਇੱਕ ਹੋਰ ਦੇਖੋ ਤੁਸੀਂ ਸਟਾਰ ਪੁਆਇੰਟ ਧਿਆਨ ਦੇ ਵਿੱਚ ਰੱਖਣਾ, ਸਕ੍ਰੇਟਰੀਏਟ ਆਫ ਇੰਟਰਨੈਸ਼ਨਲ ਸੈਟਲਮੈਂਟ ਇਹ ਬੇਸਲ ਦੇ ਵਿੱਚ ਆ, ਐਂਡ ਇਹ ਸੈਂਟਰਲ ਬੈਂਕਸ ਦੇ ਵਿੱਚ ਜਿਹੜੀ ਹੈਗੀ ਆ ਉਹ ਕੋਆਪਰੇਸ਼ਨ ਲਿਆਉਣ ਦੇ ਵਿੱਚ ਹੈਲਪ ਕਰਦੀ ਹੈ। ਜਦੋਂ ਆਪਾਂ ਡਿਫਰੈਂਟ ਟਾਈਪ ਦੇ ਦੇਖੋ ਬੇਸਲ ਨੋਰਮਸ ਦੀ ਗੱਲ ਕਰਦੇ ਹਾਂ, ਫਸਟਲੀ ਹੈਗਾ ਬੇਸਲ 1 3 ਦੇਖੋ ਜਿਹੜੇ ਹੈਗੇ ਆ ਬੇਸਲ ਨੋਰਮਸ ਆ ਚੁੱਕੇ ਆ। ਬੇਸਲ 1 1988 ਦੇ ਵਿੱਚ ਆਇਆ ਸੀ। ਇਹਨਾਂ ਨੇ ਡਿਟਰਮਾਈਨ ਕੀਤਾ ਸੀ ਕਿ ਕੈਪੀਟਲ ਐਡਿਕੁਏਸੀ ਜਿਹੜੀ ਰੇਸ਼ੋ ਹੈਗੀ ਆ ਉਹ 8% ਹੋਣੀ ਚਾਹੀਦੀ ਹੈ, ਐਂਡ ਇੰਡੀਆ ਦੇ ਦੁਆਰਾ ਇਹਨਾਂ ਨੂੰ ਅਡਾਪਟ ਕੀਤਾ ਗਿਆ ਸੀ 1999 ਦੇ ਵਿੱਚ। ਬੇਸਲ 2 ਨੋਰਮਸ ਦੇਖੋ 2004 ਦੇ ਵਿੱਚ ਆਉਂਦੇ ਆ। ਇਹਦੇ 3 ਪਿਲਰ ਸੀਗੇ, ਦੇਖੋ 3 ਪਿਲਰਸ ਦੇ ਵਿੱਚ ਇਹਨਾਂ ਨੇ CAR ਨੂੰ 8% ਰੱਖਿਆ। ਉਸ ਤੋਂ ਬਾਅਦ ਇਹਨਾਂ ਦੁਆਰਾ ਇਹ ਕਿਹਾ ਗਿਆ ਸੀ ਕਿ ਜੋ ਰਿਸਕ ਮੈਨੇਜਮੈਂਟ ਆ ਉਹ ਬੈਂਕਾਂ ਦੁਆਰਾ ਬਹੁਤ ਵਧੀਆ ਵੇ ਨਾਲ ਕਰਨੀ ਚਾਹੀਦੀ ਹੈ, ਕਿਉਂਕਿ ਜੇਕਰ ਬੈਂਕ ਵਧੀਆ ਵੇ ਨਾਲ ਰਿਸਕ ਮੈਨੇਜਮੈਂਟ ਨਹੀਂ ਕਰਨਗੇ ਤਾਂ ਇਹਦੇ ਨਾਲ ਇਕੋਨਮੀ ਦੀ ਜਿਹੜੀ ਫਾਈਨੈਂਸ਼ੀਅਲ ਸਿਕਿਉਰਿਟੀ ਉਹਨੂੰ ਬਹੁਤ ਖਤਰਾ ਹੋ ਸਕਦਾ। ਐਂਡ ਮੈਂਡੇਟਰੀ ਡਿਸਕਲੋਜ਼ਰ ਆਫ ਕਾਰ ਟੂ ਸੈਂਟਰਲ ਬੈਂਕ, ਕਈ ਵਾਰ ਜਿਹੜੇ ਬੈਂਕ ਹੁੰਦੇ ਆ
ਕਮਰਸ਼ੀਅਲ ਬੈਂਕਸ ਹੋ ਗਏ, ਅਦਰ ਟਾਈਪ ਦੇ ਬੈਂਕ ਹੋ ਗਏ, ਉਹ RBI ਤੋਂ ਕੋਈ ਨਾ ਕੋਈ ਚੀਜ਼ਾਂ ਲੁਕੋ ਕੇ ਰੱਖ ਲੈਂਦੇ ਆ। ਸੋ ਇਸ ਬੈਸਲ 2 ਦੇ ਵਿੱਚ ਇਹ ਇੰਸਟਰਕਸ਼ਨ ਦਿੱਤੀ ਗਈ ਸੀ ਕਿ ਬੈਂਕਾਂ ਨੂੰ ਜੋ ਵੀ ਡਿਸਕਲੋਜ਼ਰ ਆ ਉਹ RBI ਨੂੰ ਜ਼ਰੂਰ ਕਰਨਾ ਹੀ ਕਰਨਾ ਚਾਹੀਦਾ, ਜਾਂ ਅਦਰ ਜਿਹੜੀ ਸੈਂਟਰਲ ਬੈਂਕ ਉਹਨੂੰ ਕਰਨਾ ਜ਼ਰੂਰ ਚਾਹੀਦਾ। ਇਹਨਾਂ ਨੂੰ ਅਜੇ ਤੱਕ ਇੰਡੀਆ ਦੇ ਵਿੱਚ ਫੁੱਲੀ ਇੰਪਲੀਮੈਂਟ ਨਹੀਂ ਕੀਤਾ ਗਿਆ। ਜਦੋਂ ਆਪਾਂ ਬੇਸਲ 3 ਦੀ ਗੱਲ ਕਰਦੇ ਹਾਂ ਤਾਂ ਇਹ 2010 ਦੇ ਵਿੱਚ ਆਏ ਸੀ ਜੀ, ਆਫਟਰ 2008 ਫਾਈਨੈਂਸ਼ੀਅਲ ਕ੍ਰਾਈਸਿਸ। 2008 ਦੇ ਫਾਈਨੈਂਸ਼ੀਅਲ ਕ੍ਰਾਈਸਿਸ ਕਰਕੇ ਬਹੁਤ ਸਾਰੀਆਂ ਕੰਟਰੀਆਂ ਨੂੰ ਜਿਹੜੇ ਸੀਗੇ ਮਾੜੇ ਹਾਲਾਤਾਂ ਦਾ ਸਾਹਮਣਾ ਕਰਨਾ ਪਿਆ ਸੀ। ਇਹਦੇ 4 ਦੇਖੋ ਕੰਪੋਨੈਂਟ ਨੇ, ਕੈਪੀਟਲ ਕੰਪੋਨੈਂਟ, ਲੀਵਰੇਜ ਕੰਪੋਨੈਂਟ, ਫੰਡਿੰਗ ਕੰਪੋਨੈਂਟ ਐਂਡ ਲਿਕੁਇਡਿਟੀ ਕੰਪੋਨੈਂਟ। ਜਦੋਂ ਆਪਾਂ ਦੇਖੋ ਕੈਪੀਟਲ ਕੰਪੋਨੈਂਟ ਦੀ ਗੱਲ ਕਰਦੇ ਹਾਂ ਤਾਂ ਇਸ ਕੰਪੋਨੈਂਟ ਦੇ ਵਿੱਚ ਇਹ ਕਿਹਾ ਸੀ ਜਿਹੜਾ ਕਾਰ ਆ ਉਹਨੂੰ 12.9% ਕਰ ਦੇਣਾ ਚਾਹੀਦਾ। ਐਂਡ ਕਾਰ ਦੇ ਦੇਖੋ ਜਿਹੜੇ ਕੈਪੀਟਲ ਸੀ ਉਹਨੂੰ 2 ਹਿੱਸਿਆਂ ਦੇ ਵਿੱਚ ਵੰਡਿਆ ਗਿਆ ਸੀ, ਟੀਅਰ 1 ਕੈਪੀਟਲ ਐਂਡ ਟੀਅਰ 2 ਕੈਪੀਟਲ। ਉਹ ਆਪਾਂ ਨੂੰ ਪਤਾ ਹੀ ਹੈ। ਇਹ ਕਹਿੰਦੇ ਮਿਨੀਮਮ ਟੀਅਰ 1 ਕੈਪੀਟਲ ਹੋਣੀ ਚਾਹੀਦੀ ਹੈ 10.5% ਐਂਡ ਮਿਨੀਮਮ ਟੀਅਰ 2 ਕੈਪੀਟਲ ਹੋਣੀ ਚਾਹੀਦੀ ਹੈ 2%। ਐਂਡ ਹੋਰ ਜਿਹੜੇ ਅਦਰ ਟਾਈਪ ਦੇ ਕੰਪੋਨੈਂਟਸ ਦੀ ਗੱਲ ਕੀਤੀ ਗਈ ਸੀ ਕਿ ਕੈਪੀਟਲ ਕੰਜ਼ਰਵੇਸ਼ਨ ਬਫਰ ਹੋਣਾ ਚਾਹੀਦਾ, ਦੇਖੋ ਇੱਕ ਉਹ ਹੋਣਾ ਚਾਹੀਦਾ 2.5% ਐਂਡ ਕਾਊਂਟਰ ਸਾਈਕਲਿਕ ਬਫਰ 0 to 2.5% ਹੋਣਾ ਚਾਹੀਦਾ। ਦੇਖੋ ਸਾਈਕਲ ਦੇ ਵਿੱਚ ਕੀ ਹੁੰਦਾ, ਇਕੋਨਮੀ 'ਚ ਡਿਫਰੈਂਟ ਟਾਈਪ ਦੇ ਸਾਈਕਲ ਆਉਂਦੇ ਰਹਿੰਦੇ ਆ। ਸਮਟਾਈਮਸ ਇਕੋਨਮੀ ਦੇ ਵਿੱਚ ਬੂਮ ਆਉਂਦਾ, ਸਮਟਾਈਮਸ ਇਕੋਨਮੀ ਦੇ ਵਿੱਚ ਡਿਪਰੈਸ਼ਨ ਆਉਂਦਾ, ਠੀਕ ਹੈ ਨਾ। ਬੂਮ ਇੱਕ ਉਹ ਕੰਡੀਸ਼ਨ ਹੁੰਦੀ ਹੈ ਜਦੋਂ ਇਕੋਨਮੀ ਜਿਹੜੀ ਹੁੰਦੀ ਹੈ ਬਹੁਤ ਪ੍ਰੋਸਪਰ ਕਰ ਰਹੀ ਹੈ, ਐਂਡ ਡਿਪਰੈਸ਼ਨ ਇੱਕ ਉਹ ਸਟੇਟ ਹੁੰਦੀ ਹੈ ਜਦੋਂ ਇਕੋਨਮੀ ਬਹੁਤ ਮੰਦੀ ਦੇ ਹਾਲਾਤਾਂ 'ਚ ਗੁਜ਼ਰ ਰਹੀ ਹੈ। ਇੱਕ ਲਿਵਰੇਜ ਦੀ ਗੱਲ ਕੀਤੀ ਗਈ ਸੀ। ਦੇਖੋ ਲਿਵਰੇਜ ਰੇਸ਼ੋ ਕੀ ਹੁੰਦੀ ਹੈ ਕਿ ਟੀਅਰ 1 ਕੈਪੀਟਲ ਓਵਰ ਟੋਟਲ ਐਸੈਟਸ। ਜਿੰਨੇ ਵੀ ਬੈਂਕ ਦੇ ਟੋਟਲ ਐਸੈਟਸ ਆ ਉਹਨਾਂ ਦੇ ਵਿੱਚੋਂ ਟੀਅਰ 1 ਕੈਪੀਟਲ ਦਾ ਕਿੰਨਾ ਪਰਸੈਂਟੇਜ ਆ। ਸੋ ਇਸ ਲਿਵਰੇਜ ਨੂੰ ਵੀ ਕਿਹਾ ਗਿਆ ਸੀ ਕਿ ਐਟਲੀਸਟ 3% ਤਾਂ ਹੋਣਾ ਹੀ ਹੋਣਾ ਚਾਹੀਦਾ। ਜਦੋਂ ਫੰਡਿੰਗ ਐਂਡ ਲਿਕੁਇਡਿਟੀ 3rd ਐਂਡ 4th ਕੰਪੋਨੈਂਟ ਦੀ ਗੱਲ ਕਰਦੇ ਹਾਂ ਤਾਂ 2 ਕੀ ਰੇਸ਼ੋਸ ਇੰਟਰੋਡਿਊਸ ਕੀਤੀਆਂ ਗਈਆਂ ਸੀਗੀਆਂ ਬੈਸਲ 3 ਦੇ ਵਿੱਚ। ਫਸਟ ਸੀ LCR ਐਂਡ ਸੈਕੰਡ ਸੀ NSFR। ਜਦੋਂ LCR ਦੀ ਗੱਲ ਕਰਦੇ ਆ ਤਾਂ ਇਹਦੀ ਫੁੱਲ ਫਾਰਮ ਹੈਗੀ ਲਿਕੁਇਡਿਟੀ ਕਵਰੇਜ ਰੇਸ਼ੋ। ਦੇਖੋ LCR ਜਿਹੜਾ ਹੈਗਾ ਉਹ ਆਪਾਂ ਨੂੰ ਇਹ ਕਹਿੰਦਾ ਕਿ ਬੈਂਕਾਂ ਦੇ ਕੋਲ ਉਸ ਤਰ੍ਹਾਂ ਦੀ ਸਿਕਿਉਰਿਟੀਜ਼ ਹੋਣੀਆਂ ਜ਼ਰੂਰੀ ਆ ਜਿਨ੍ਹਾਂ ਨੂੰ ਕਿ ਵੇਚ ਕੇ ਛੇਤੀ ਤੋਂ ਛੇਤੀ ਕੈਸ਼ ਦੇ ਵਿੱਚ ਕਨਵਰਟ ਕੀਤਾ ਜਾ ਸਕੇ, ਐਂਡ ਉਹ ਕੈਸ਼ ਲੋਕਾਂ ਦੀ ਜ਼ਰੂਰਤਾਂ ਨੂੰ ਫੋਰ 30 ਡੇਜ਼ ਪੂਰੀਆਂ ਕਰ ਸਕੇ। ਇਹ ਇਸ ਕਰਕੇ ਹੁੰਦਾ ਤਾਂ ਕਿ ਬੈਂਕ ਰਨ ਦੀ ਸਿਚੁਏਸ਼ਨ ਨੂੰ ਜਿਹੜਾ ਹੈਗਾ ਉਹ ਪ੍ਰੀਵੈਂਟ ਕੀਤਾ ਜਾ ਸਕੇ। ਐਂਡ ਬੈਂਕ ਰਨ ਕੀ ਹੁੰਦਾ, ਬੈਂਕ ਰਨ ਉਹ ਕੰਡੀਸ਼ਨ ਹੁੰਦੀ ਹੈ ਜਦੋਂ ਲਾਰਜ ਨੰਬਰ ਆਫ ਪੀਪਲ ਜਿਹੜੇ ਹੁੰਦੇ ਆ ਉਹ ਆਪਦੇ ਖਾਤਿਆਂ ਤੋਂ ਪੈਸੇ ਕਢਾਉਣਾ ਸ਼ੁਰੂ ਕਰ ਦਿੰਦੇ ਆ। ਨੈਕਸਟ ਹੈਗਾ ਜੀ NSFR ਵਿਚ ਇਜ਼ ਨੈਟ ਸਟੇਬਲ ਫੰਡ ਰੇਟ। ਇਹ ਆਪਾਂ ਨੂੰ ਇਹ ਕਹਿੰਦਾ ਕਿ ਬੈਂਕਾਂ ਦੇ ਕੋਲ ਸਟੇਬਲ ਸੋਰਸ ਆਫ ਫਾਈਨੈਂਸ ਜ਼ਰੂਰ ਹੋਣਾ ਚਾਹੀਦਾ, ਐਂਡ ਉਹ ਸਟੇਬਲ ਸੋਰਸ ਆਫ ਜਿਹੜਾ ਫਾਈਨੈਂਸ ਹੁੰਦਾ ਉਹ 1 ਸਾਲ ਹੋਰੀਜ਼ਨ ਦੇ ਵਿੱਚ ਹੋਣਾ ਚਾਹੀਦਾ। ਇਟ ਮੀਨਸ ਕਿ ਉਹਦਾ ਜਿਹੜਾ ਘੇਰਾ ਉਹ 1 ਸਾਲ ਤੱਕ ਹੋਵੇ। ਦੇਖੋ ਇਹਨਾਂ ਨੂੰ ਇੰਡੀਆ ਦੇ ਵਿੱਚ ਇੰਪਲੀਮੈਂਟ ਨਹੀਂ ਕੀਤਾ ਗਿਆ। ਨੈਕਸਟ ਇੰਪੋਰਟੈਂਟ ਹੈਗਾ ਜੀ DSIB, ਡੋਮੈਸਟਿਕਲੀ ਸਿਸਟੇਮੈਟਿਕਲੀ ਇੰਪੋਰਟੈਂਟ ਬੈਂਕਸ। ਇਹ ਉਹ ਬੈਂਕ ਹੁੰਦੇ ਆ ਜੋ ਕਿਸੇ ਕੰਟਰੀ ਦੀ GDP ਦਾ 2% ਤੋਂ ਵੀ ਜ਼ਿਆਦਾ ਹਿੱਸਾ ਜਿਹੜਾ ਹੈਗਾ ਉਹ ਐਕਵਾਇਰ ਕਰਦੇ ਆ। ਸੋ ਕੋਈ ਵੀ ਬੈਂਕ ਜਿਹੜਾ ਹੈਗਾ ਉਹ DSIB ਦੇ ਵਿੱਚ ਆਉਂਦਾ ਜਾਂ ਨਹੀਂ ਆਉਂਦਾ ਇਹ ਡਿਸਾਈਡ ਕੀਤਾ ਜਾਂਦਾ RBI ਦੇ ਦੁਆਰਾ, ਠੀਕ ਹੈ ਨਾ। ਇਹ ਦੇਖੋ ਟੂ ਬਿਗ ਟੂ ਫੇਲ ਕਨਸੈਪਟ ਦੇ ਉੱਪਰ ਬੇਸਡ ਹੁੰਦਾ। ਇਟ ਮੀਨਸ ਕਿ ਇਹ ਜਿਹੜੇ ਬੈਂਕ ਹੁੰਦੇ ਆ ਉਹ ਇੰਨੇ ਜ਼ਿਆਦਾ ਵੱਡੇ ਹੁੰਦੇ ਆ ਵੀ ਇਹ ਫੇਲ ਹੋ ਹੀ ਨਹੀਂ ਸਕਦੇ, ਐਂਡ ਜੇਕਰ ਇਹ ਬੈਂਕ ਫੇਲ ਹੁੰਦੇ ਆ ਤਾਂ ਇਹਦੇ ਨਾਲ ਜਿਹੜੀ ਇਕੋਨਮੀ ਆ ਕਿਸੇ ਵੀ ਕੰਟਰੀ ਦੀ ਉਹ ਤਬਾਹ ਹੋ ਸਕਦੀ ਹੈ। ਜੇਕਰ ਦੇਖੋ ਕੋਈ ਵੀ ਬੈਂਕ DSIB ਦੇ ਅੰਡਰ ਆਉਂਦਾ ਐਂਡ ਉਸ ਬੈਂਕ ਨੂੰ ਕੋਈ ਵੀ ਡਿਸਟ੍ਰੈਸ ਹੁੰਦਾ, ਕੋਈ ਮੁਸੀਬਤ ਦੇ ਵਿੱਚ ਆਉਂਦਾ ਤਾਂ ਉਸ ਬੈਂਕ ਨੂੰ ਗਵਰਨਮੈਂਟ ਵੀ ਸਪੋਰਟ ਕਰਦੀ ਹੈ। ਕਰੰਟਲੀ ਦੇਖੋ 3 ਬੈਂਕ ਜਿਹੜੇ ਹੈਗੇ ਉਹ DSIB ਦੇ ਵਿੱਚ ਅੰਡਰ ਆਉਂਦੇ ਆ। SBI ਹੋ ਗਿਆ, HDFC ਹੋ ਗਿਆ ਐਂਡ ICICI ਹੋ ਗਿਆ। ਨੈਕਸਟ ਆ ਗਿਆ ਜੀ ਕਰੰਸੀ ਚੈਸਟ। ਦੇਖੋ ਇਟਸ ਸਮ ਸੌਰਟ ਆਫ ਕਰੰਸੀ ਸਟੋਰ ਹਾਊਸਿਸ ਵਿਚ ਐਕਟ ਐਜ਼ ਨੈਟਵਰਕ ਆਫ ਕਰੰਸੀ ਡਿਸਟ੍ਰੀਬਿਊਸ਼ਨ। ਇਹਨੂੰ ਤੁਸੀਂ ਡੈਫੀਨੇਸ਼ਨ ਤੋਂ ਯਾਦ ਕਰ ਲੈਣਾ। ਨੈਕਸਟ ਦੇਖੋ ਆ ਗਿਆ ਪ੍ਰੋਮਪਟ ਕਰੈਕਟਿਵ ਐਕਸ਼ਨ। ਇਸ ਫਰੇਮਵਰਕ ਨੂੰ ਦੇਖੋ ਸਮਝਣ ਤੋਂ ਪਹਿਲਾਂ ਆਪਾਂ ਨੂੰ NPA ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਦੇਖੋ NPA ਕੀ ਹੁੰਦਾ, NPA is any loan asset for which payment not made for 90 days। ਦੇਖੋ ਆਪਾਂ ਨੂੰ ਐਸੈਟਸ ਬਾਰੇ ਪਤਾ ਲੱਗ ਗਿਆ। ਐਸੈਟ ਕੋਈ ਉਹ ਚੀਜ਼ ਹੁੰਦੀ ਹੈ ਜਿਸ ਤੋਂ ਗਵਰਨਮੈਂਟ ਨੂੰ ਆਮਦਨ ਹੁੰਦੀ ਹੈ। ਸੋ ਕੋਈ ਵੀ ਐਸੈਟ NPA ਉਦੋਂ ਬਣੂਗੀ ਜਦੋਂ 90 ਦਿਨਾਂ ਦੇ ਲਈ ਉਹਦੇ ਤੋਂ ਸਾਨੂੰ ਕੋਈ ਜਿਹੜੀ ਪੇਮੈਂਟ ਆ ਉਹ ਰਿਸੀਵ ਨਹੀਂ ਹੋਈ। ਸਬ ਸਟੈਂਡਰਡ, ਕੋਈ ਵੀ NPA ਨੂੰ ਸਬ ਸਟੈਂਡਰਡ ਆਪਾਂ ਉਦੋਂ ਕਵਾਂਗੇ ਜਦੋਂ ਇਹ NPA ਕੈਟਾਗਰੀ ਦੇ ਵਿੱਚ 12 ਮੰਥ ਜਾਂ ਉਸ ਤੋਂ ਵੀ
ਜ਼ਿਆਦਾ ਸਮੇਂ ਦੇ ਲਈ ਹੋ ਜਾਂਦੀ ਹੈ। ਡਾਊਟਫੁਲ ਐਸਟ ਦੇਖੋ ਕਿਹੜੀ ਹੁੰਦੀ ਹੈ, ਜੋ ਸਬ ਸਟੈਂਡਰਡ ਕੈਟਾਗਰੀ ਦੇ ਵਿੱਚ 12 ਮੰਥ ਰਹਿ ਚੁੱਕੀ ਹੈ। ਐਂਡ ਲਾਸ ਕੈਟਾਗਰੀ ਦੇ ਵਿੱਚ ਉਹ NPA ਆਉਂਦੀ ਹੈ ਜਿਹਦੇ ਤੋਂ ਕੋਈ ਹੋਪ ਹੀ ਹੈ ਨਹੀਂ ਵੀ ਉਹ ਰਿਕਵਰ ਹੋਊਗੀ। ਅੱਗੇ ਆਉਂਦਾ ਵਿਲਫੁਲ ਡਿਫਾਲਟਰ। ਵਿਲਫੁਲ ਡਿਫਾਲਟਰ ਉਹ ਹੁੰਦਾ ਜਿਹੜਾ ਜਾਣ ਬੁੱਝ ਕੇ ਆਪਦੇ ਜਿਹੜੇ ਡਿਊਜ਼ ਆ ਉਹਨਾਂ ਨੂੰ ਪੇ ਕਰ ਨਹੀਂ ਰਿਹਾ। ਇਟ ਮੀਨਸ ਉਹਦੇ ਕੋਲ ਪੈਸੇ ਹੈਗੇ ਆ ਪਰ ਉਹ ਜਾਣ ਬੁੱਝ ਕੇ ਜਿਹੜਾ ਪੈਸੇ ਆ ਉਹ ਬੈਂਕ ਨੂੰ ਨਹੀਂ ਦੇ ਰਿਹਾ। ਜਦੋਂ ਆਪਾਂ NPA ਦੇਖੋ ਗੱਲ ਕਰਦੇ ਹਾਂ ਐਗਰੀਕਲਚਰ ਸੈਕਟਰ ਦੇ ਵਿੱਚ ਤਾਂ ਥੋੜੀ ਡੈਫੀਨੇਸ਼ਨ ਡਿਫਰੈਂਟ ਹੋ ਜਾਂਦੀ ਹੈ। ਐਗਰੀਕਲਚਰ ਦੇ ਵਿੱਚ NPA ਉਹ ਐਸਟ ਹੁੰਦੀ ਆ ਜਿਹਦੇ ਵਿੱਚ ਕਿ 2 ਕ੍ਰੌਪਿੰਗ ਸੀਜ਼ਨਸ ਦੇ ਲਈ ਜਿਹੜੀ ਪੇਮੈਂਟ ਆ ਉਹ ਰਿਸੀਵ ਨਹੀਂ ਹੋਈ। 2 ਕ੍ਰੌਪਿੰਗ ਸੀਜ਼ਨ ਫॉर ਸ਼ਾਰਟ ਡਿਊਰੇਸ਼ਨ ਕ੍ਰੌਪਸ, ਜਿਹੜੀ ਕ੍ਰੌਪ ਉੱਗਣ ਲਈ ਜ਼ਿਆਦਾ ਸਮਾਂ ਲੈਂਦੀ ਆ ਉਹਦੇ ਲਈ ਕੀ ਹੁੰਦੀ ਆ 1 ਕ੍ਰੌਪ ਸੀਜ਼ਨ ਹੁੰਦਾ। ਨੈਕਸਟ ਦੇਖੋ ਆ ਗਿਆ ਜੀ ਸਟ੍ਰੈਸਡ ਐਸੈਟਸ। ਕੋਈ ਵੀ ਐਸੈਟ ਜਿਹੜੀ NPA ਦੇ ਅੰਡਰ ਆ ਪਲੱਸ ਜਿਹਦੀ ਕਿ ਰੀਸਟਰਕਚਰਿੰਗ ਹੋ ਚੁੱਕੀ ਆ ਉਹਨਾਂ ਦੋਨਾਂ ਨੂੰ ਮਿਲਾ ਕੇ ਜਿਹੜੀਆਂ ਐਸੈਟਸ ਬਣਦੀਆਂ ਉਹ ਕੀ ਹੁੰਦੀਆਂ ਸਟ੍ਰੈਸਡ ਐਸੈਟਸ। ਦੇਖੋ ਰੀਸਟਰਕਚਰਿੰਗ ਦੇ ਵਿੱਚ ਕੀ ਹੁੰਦਾ, ਜੇਕਰ ਕੋਈ ਐਸੈਟ NPA ਕੈਟਾਗਰੀ ਦੇ ਵਿੱਚ ਆ ਚੁੱਕੀ ਆ ਸੋ ਬੈਂਕ ਪਹਿਲਾਂ ਕੋਸ਼ਿਸ਼ ਕਰੂਗਾ ਕਿ ਉਸ ਐਸੈਟ ਨੂੰ ਪਹਿਲਾਂ ਜਿਉਂ ਦੀ ਕੀਤਾ ਜਾਵੇ, ਤਾਂ ਉਹਦੀਆਂ ਜਿਹੜੀਆਂ ਟਰਮਸ ਆ ਉਹਨਾਂ ਨੂੰ ਰਿਲੈਕਸ ਕਰਨ ਦੀ ਕੋਸ਼ਿਸ਼ ਕੀਤੀ ਜਾਊਗੀ। ਥੋੜਾ ਟਾਈਮ ਉਹਨਾਂ ਨੂੰ ਹੋਰ ਦਿੱਤਾ ਜਾਊਗਾ। ਜੇਕਰ ਉਹਨੇ 2 ਸਾਲਾਂ 'ਚ ਪੈਸੇ ਮੋੜਨੇ ਸੀ ਤਾਂ ਉਹਦਾ ਸਾਲ ਹੋਰ ਵਧਾਇਆ ਜਾ ਸਕਦਾ, ਚੱਲ ਤੂੰ 3 ਸਾਲ 'ਚ ਪੈਸੇ ਮੋੜ ਦੇ। ਸੋ ਇਸ ਚੀਜ਼ ਨੂੰ ਆਪਾਂ ਕੀ ਕਹਿ ਦਿੰਦੇ ਹਾਂ ਰੀਸਟਰਕਚਰਿੰਗ ਕਹਿ ਦਿੰਦੇ ਹਾਂ। ਸੋ ਹੁਣ ਆਪਾਂ ਗੱਲ ਕਰਦੇ ਹਾਂ ਪ੍ਰੋਮਪਟ ਕਰੈਕਟਿਵ ਐਕਸ਼ਨ ਦੀ। ਦੇਖੋ ਪ੍ਰੋਮਪਟ ਕਰੈਕਟਿਵ ਐਕਸ਼ਨ ਕੀ ਹੁੰਦਾ, ਇੱਕ ਫਰੇਮਵਰਕ ਹੁੰਦਾ ਅੰਡਰ ਵਿੱਚ ਬੈਂਕਸ ਵਿਦ ਵੀਕ ਫਾਈਨੈਂਸ਼ੀਅਲ ਮੈਟ੍ਰਿਕਸ ਆਰ ਪੁੱਟ ਅੰਡਰ। ਜਿਹੜੀਆਂ ਬੈਂਕਸ ਦੇਖੋ ਮਾਲੀ ਹਾਲਾਤ ਜਿਹੜੇ ਖਰਾਬ ਹੋ ਚੁੱਕੇ ਆ ਉਹਨਾਂ ਨੂੰ PCA ਦੇ ਅੰਡਰ ਰੱਖਿਆ ਜਾਂਦਾ। ਇਹਨੂੰ RBI ਦੁਆਰਾ ਇੰਟਰੋਡਿਊਸ ਕੀਤਾ ਗਿਆ ਸੀ 2002 ਦੇ ਵਿੱਚ। ਇਹ ਸਾਰੀਆਂ ਬੈਂਕਸ ਤੇ ਅਪਲਾਈ ਹੁੰਦਾ ਇਨਕਲੂਡਿੰਗ ਫੋਰਨ ਬੈਂਕਸ। ਲੇਕਿਨ ਹੁਣੇ ਜੇ RBI ਦੇ ਵੱਲੋਂ ਪੇਮੈਂਟ ਬੈਂਕਸ ਐਂਡ ਸਮਾਲ ਫਾਈਨੈਂਸ ਬੈਂਕਸ ਨੂੰ ਇਸ ਫਰੇਮਵਰਕ ਦੀ ਕੈਟਾਗਰੀ 'ਚੋਂ ਬਾਹਰ ਕੱਢ ਦਿੱਤਾ ਗਿਆ। ਜਦੋਂ ਆਪਾਂ ਇਹਦੇ ਕੀ ਏਰੀਆਸ ਦੀ ਗੱਲ ਕਰਦੇ ਵੀ ਕਿੰਨਾਂ ਚੀਜ਼ਾਂ ਦੇ ਬੇਸ ਤੇ ਇਸ PCA ਨੂੰ ਲਗਾਇਆ ਜਾਂਦਾ, ਤਾਂ ਫਸਟ ਹੁੰਦਾ ਕੈਪੀਟਲ। ਉਹਦੇ ਵਿੱਚ ਦੇਖਦੇ ਹੈਗੇ ਆ CRAR ਜਿਹਦੇ ਉੱਪਰ ਆਪਾਂ ਡਿਸਕਸ ਕਰ ਚੁੱਕੇ ਹਾਂ। ਐਸੈਟ ਕੁਆਲਿਟੀ ਇਟ ਮੀਨਸ ਕਿ ਨੈਟ NPA ਦੀ ਗੱਲ ਕਰਦੇ ਇਹਦੇ ਵਿੱਚ। ਲੀਵਰੇਜ ਦੇ ਵਿੱਚ ਕਿਹਦੀ ਗੱਲ ਕਰਦੇ Tier 1 ਲੀਵਰੇਜ ਰੇਸ਼ੋ ਦੀ। ਜੇਕਰ ਕੋਈ ਬੈਂਕ ਦੇਖੋ PCA ਦੇ ਅੰਡਰ ਆ ਚੁੱਕੀ ਆ ਤਾਂ RBI ਦੇ ਕੋਲ ਪਾਵਰ ਹੁੰਦੀ ਹੈ ਕਿ ਸੈਕਸ਼ਨ 36 ACA ਬੈਂਕਿੰਗ ਰੈਗੂਲੇਸ਼ਨ ਐਕਟ 1949 ਦੇ ਅੰਡਰ ਉਹਨੂੰ ਸੁਪਰਸੀਡ ਵੀ ਕਰ ਸਕਦੀ ਹੈ। ਜਦੋਂ ਆਪਾਂ ਦੇਖੋ ਰੈਸਟ੍ਰਿਕਸ਼ਨ ਦੀ ਗੱਲ ਕਰਦੇ, ਜਦੋਂ PCA ਫਰੇਮਵਰਕ ਲੱਗ ਗਿਆ ਨਾ ਤਾਂ ਬੈਂਕਾਂ ਦੇ ਉੱਪਰ ਰੈਸਟ੍ਰਿਕਸ਼ਨ ਲੱਗਦੀਆਂ ਤਾਂ ਉਹ ਰੈਸਟ੍ਰਿਕਸ਼ਨ 3 ਕੈਟਾਗਰੀ ਦੇ ਵਿੱਚ ਲੱਗਦੀਆਂ। ਜਦੋਂ ਫਸਟ ਕੈਟਾਗਰੀ ਦੀ ਗੱਲ ਕਰਦੇ ਆ ਤਾਂ RBI ਦੇਖੋ ਡਿਵੀਡੈਂਡ ਡਿਸਟ੍ਰੀਬਿਊਸ਼ਨ ਦੇ ਉੱਪਰ ਰੈਸਟ੍ਰਿਕਸ਼ਨਾਂ ਲਾ ਦਿੰਦੀ ਹੈ। ਜਦੋਂ ਆਪਾਂ ਸੈਕੰਡ ਕੈਟਾਗਰੀ ਦੇ ਵਿੱਚ ਗੱਲ ਕਰਦੇ ਆ ਤਾਂ ਬ੍ਰਾਂਚ ਐਕਸਪੈਂਸ਼ਨ ਤੇ ਰੈਸਟ੍ਰਿਕਸ਼ਨ ਲਾ ਦਿੰਦੀ ਹੈ। ਜਦੋਂ ਆਪਾਂ ਥਰਡ ਕੈਟਾਗਰੀ ਦੀ ਗੱਲ ਕਰਦੇ ਆ ਤਾਂ ਬੈਂਕਾਂ ਦੁਆਰਾ ਜੋ ਕੈਪੀਟਲ ਐਕਸਪੈਂਡੀਚਰ ਕੀਤਾ ਜਾਂਦਾ ਉਹਦੇ ਉੱਪਰ ਜਿਹੜੇ ਰੈਸਟ੍ਰਿਕਸ਼ਨ ਲਾਈਆਂ ਜਾਂਦੀਆਂ। ਨੈਕਸਟ ਇੰਪੋਰਟੈਂਟ ਹੈਗਾ ਜੀ ਟਵਿਨ ਬੈਲੈਂਸ ਸ਼ੀਟ ਸਿੰਡਰਮ। ਇਹਦੇ ਵਿੱਚ ਦੇਖੋ ਕੀ ਹੁੰਦਾ, ਟਵਿਨ ਦਾ ਮੀਨਿੰਗ ਹੁੰਦਾ ਜੀ ਦੇਖੋ 2। ਇਹਦੇ ਅੰਡਰ ਕੀ ਹੁੰਦਾ ਕਿ ਬੈਂਕਾਂ ਦੀ ਬੈਲੈਂਸ ਸ਼ੀਟ ਐਂਡ ਬੈਂਕਾਂ ਨੇ ਜਿਨ੍ਹਾਂ ਬਿਜ਼ਨਸ ਹਾਊਸਿਸ ਨੂੰ ਪੈਸੇ ਦਿੱਤੇ ਹੋਏ ਆ ਉਹਨਾਂ ਦੋਨਾਂ ਦੇ ਜਿਹੜੀਆਂ ਬੈਲੈਂਸ ਸ਼ੀਟਸ ਆ ਉਹ ਕੀ ਹੋ ਜਾਂਦੀਆਂ ਡਿਸਟਰਬ ਹੋ ਜਾਂਦੀਆਂ। ਦੇਖੋ ਜੇਕਰ ਕਿਸੇ ਇੰਡਸਟਰੀ ਵੱਲੋਂ ਕਿਸੇ ਬੈਂਕ ਤੋਂ ਪੈਸਾ ਲਿਆ ਹੋਇਆ, ਠੀਕ ਹੈ ਨਾ, ਜੇਕਰ ਇਹ ਇੰਡਸਟਰੀ ਇਸ ਬੈਂਕ ਦਾ ਪੈਸਾ ਨਾ ਮੋੜੂਗੀ ਤਾਂ ਫਸਟ ਆਫ ਆਲ ਜੇ ਇਹ ਇੰਡਸਟਰੀ ਪੈਸਾ ਨਹੀਂ ਮੋੜ ਰਹੀ ਇਟ ਮੀਨਸ ਇਹ ਉਸ ਹਾਲਾਤ ਦੇ ਵਿੱਚ ਨਹੀਂ ਹੈਗੀ। ਇਟ ਮੀਨਸ ਇਹਦੇ ਖਰਚੇ ਜ਼ਿਆਦਾ, ਇਹਦੀ ਆਮਦਨ ਘੱਟ ਆ। ਸੋ ਜੇਕਰ ਇਹਦੇ ਬੈਂਕ ਦਾ ਪੈਸਾ ਨਹੀਂ ਮੋੜੂਗੀ ਤਾਂ ਇਹਦੇ ਨਾਲ ਬੈਂਕਾਂ ਦੇ ਵੀ NPA ਜਿਹੜੇ ਹੋਣਗੇ ਉਹ ਵੱਧ ਜਾਣਗੇ। ਸੋ ਬੈਂਕ ਦੀ ਬੈਲੈਂਸ ਸ਼ੀਟ ਵੀ ਖਰਾਬ ਹੋਊਗੀ, ਇੰਡਸਟਰੀ ਦੀ ਬੈਲੈਂਸ ਸ਼ੀਟ ਤਾਂ ਖਰਾਬ ਹੈਗੀ। ਕੁਝ ਕੁ ਦੇਖੋ ਬੈਂਕ ਕਮੇਟੀ ਤੁਸੀਂ ਧਿਆਨ ਦੇ ਵਿੱਚ ਰੱਖਣੀ ਆ। ਸਮਟਾਈਮਸ ਤੁਹਾਨੂੰ ਡਾਇਰੈਕਟ ਕੁਐਸਚਨ ਇੱਥੋਂ ਆ ਜਾਂਦਾ, ਕਿਸੇ ਕਮੇਟੀ ਦਾ ਨਾਮ ਦੇ ਕੇ ਤੁਹਾਨੂੰ ਕਹਿ ਦੇਣਗੇ ਕਿ ਦੱਸੋ ਇਹ ਕਮੇਟੀ ਕਿਹੜੇ ਸੈਕਟਰ ਨਾਲ ਰਿਲੇਟਡ ਆ। ਸੋ ਨਰਸਿਮਮ ਕਮੇਟੀ, ਵਰਮਾ ਕਮੇਟੀਜ਼, ਖਾਨ ਕਮੇਟੀ, PJ ਨਾਇਕ ਕਮੇਟੀ ਐਂਡ ਨਚੀਕੇਤ ਮੋਰ ਕਮੇਟੀ। ਨਰਸਿਮਮ ਕਮੇਟੀ ਨੇ ਰਿਕਮੈਂਡੇਸ਼ਨਸ ਬਾਰੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਡਿਸਕਸ ਵੀ ਕਰਾਂਗੇ। ਨੈਕਸਟ ਹੈਗਾ ਜੀ ਹੈਲੀਕਾਪਟਰ ਮਨੀ। ਹੈਲੀਕਾਪਟਰ ਮਨੀ ਨੂੰ ਆਪਾਂ ਹੈਲੀਕਾਪਟਰ ਡ੍ਰੌਪ ਵੀ ਕਹਿ ਦਿੰਦੇ ਹਾਂ। ਇਹ ਮੋਨੇਟਰੀ ਪੋਲਿਸੀ ਦਾ ਇੱਕ ਟੂਲ ਹੁੰਦਾ। ਇਹਦੇ ਵਿੱਚ ਕੀ ਹੁੰਦਾ ਦੇਖੋ RBI ਦੇ ਦੁਆਰਾ ਲਾਰਜ ਸਮ ਆਫ ਮਨੀ ਜਿਹੜੀ ਹੈਗੀ ਉਹ ਪ੍ਰਿੰਟ ਕੀਤੀ ਜਾਂਦੀ ਹੈ ਐਂਡ ਉਸ ਮਨੀ ਨੂੰ ਇਕੋਨਮੀ 'ਚ ਸਰਕੂਲੇਟ ਕੀਤਾ ਜਾਂਦਾ। ਸੋ ਦੈਟਸ ਆਲ ਫॉर ਟੂਡੇ। ਆਈ ਹੋਪ ਕਿ ਤੁਹਾਨੂੰ ਇਸ ਲੈਕਚਰ ਦੇ ਵਿੱਚੋਂ ਕਾਫੀ ਨਵੀਆਂ ਗੱਲਾਂ ਸਿੱਖਣ ਨੂੰ ਮਿਲੀਆਂ ਹੋਣਗੀਆਂ ਐਂਡ ਮੈਂ ਆਪਦੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਹੈ ਕਿ ਮੈਂ ਤੁਹਾਨੂੰ ਜੋ ਵੀ
ਕੰਪੋਨੈਂਟਸ ਨੇ ਜੋ ਵੀ ਇਸ ਵੀਡੀਓ ਦੇ ਵਿੱਚ ਆਪਾਂ ਡਿਸਕਸ ਕੀਤਾ ਉਹਨੂੰ ਚੰਗੀ ਤਰ੍ਹਾਂ ਸਮਝਾ ਸਕਾਂ। ਜੇਕਰ ਤੁਹਾਨੂੰ ਫਿਰ ਵੀ ਕੋਈ ਕੰਪੋਨੈਂਟ ਦੀ ਸਮਝ ਨਹੀਂ ਆਈ, ਕਿਸੇ ਵੀ ਟੌਪਿਕ ਦੀ ਸਮਝ ਨਹੀਂ ਲੱਗੀ ਤਾਂ ਤੁਸੀਂ ਕਮੈਂਟ ਸੈਕਸ਼ਨ ਵਿੱਚ ਕਮੈਂਟ ਡਰੋਪ ਕਰ ਸਕਦੇ ਹੋ। ਐਂਡ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਕਰੋ, ਸ਼ੇਅਰ ਕਰੋ ਐਂਡ ਚੈਨਲ ਨੂੰ ਸਬਸਕ੍ਰਾਈਬ ਕਰੋ ਐਂਡ ਵੱਧ ਤੋਂ ਵੱਧ ਆਪਣੇ ਦੋਸਤਾਂ ਤੱਕ ਪਹੁੰਚਾਓ। ਸੋ ਐਂਡ ਦੇ ਵਿੱਚ ਇਹੀ ਕਹਿਣਾ ਚਾਹੂੰਗਾ ਜੀ, ਸਿੱਖਦੇ ਰਹੋ, ਸਿਖਾਉਂਦੇ ਰਹੋ ਤੇ ਅੱਗੇ ਵਧਦੇ ਰਹੋ। ਥੈਂਕ ਯੂ।